ਵੈਲਕਮ ਇਨ ਦੀ ਕਲਾਸ। ਐਮ ਬਬਲਜੀਤ ਕੌਰ। ਅੱਜ ਆਪਾਂ ਕਲਾਸ 9th ਸਾਇੰਸ ਪੰਜਾਬੀ ਮੀਡੀਅਮ ਚੈਪਟਰ 9th ਬਲ ਅਤੇ ਗਤੀ ਦੇ ਨਿਯਮ ਪੜ੍ਹਾਂਗੇ। ਪਿਛਲੇ ਚੈਪਟਰ ਦੇ ਵਿੱਚ ਆਪਾਂ ਗਤੀ ਦੇ ਬਾਰੇ ਪੜ੍ਹ ਕੇ ਆਂਦਾ ਸੀਗਾ ਕਿ ਗਤੀ ਦੇ ਵਿੱਚ ਆਪਾਂ ਕਿਸੇ ਵਸਤੂ ਨੂੰ ਕਿਵੇਂ ਲੈ ਕੇ ਆਉਂਦੇ ਆ, ਤਾਂ ਉਹਦਾ ਵੇਗ, ਪਰਿਵੇਗ, ਸਥਿਤੀ ਦੇ ਵਿੱਚ ਕੀ ਚੇਂਜ ਆਉਂਦੇ ਆ। ਹੁਣ ਇਸ ਚੈਪਟਰ ਦੇ ਵਿੱਚ ਆਪਾਂ ਦੇਖਣਾ ਕਿ ਜੇ ਉਹਨਾਂ ਦੇ ਉੱਪਰ ਆਪਾਂ ਬਲ ਅਤੇ ਗਤੀ ਬਲ ਲਗਾਉਂਦੇ ਆ ਤਾਂ ਗਤੀ ਦੇ ਵਿੱਚ ਆ ਰਿਹਾ ਤਾਂ ਕਿਹੜੇ ਕਿਹੜੇ ਨਿਯਮ ਉਹਨਾਂ ਨੇ ਫੋਲੋ ਕਰਨੇ, ਕਿੰਨਾ ਨਿਯਮਾਂ ਕਾਰਨ ਇਹ ਚੀਜ਼ ਹੁੰਦੀ ਆ। ਤਾਂ ਹੁਣ ਆਪਾਂ ਦੇਖਦੇ ਹਾਂ ਕਿ ਜੇ ਵਸਤੂ ਦੀ ਗਤੀ ਨੂੰ ਸਰਲ ਰੇਖੀ ਪਥ ਵਿੱਚ, ਮਤਲਬ ਇੱਕ ਸਟ੍ਰੇਟ ਲਾਈਨ ਦੇ ਵਿੱਚ, ਇੱਕ ਸਿੱਧੀ ਰੇਖਾ ਦੇ ਵਿੱਚ ਆਪਾਂ ਲੈ ਕੇ ਜਾਂਦੇ ਹਾਂ ਤਾਂ ਉਹਦੀ ਸਥਿਤੀ, ਵੇਗ ਅਤੇ ਪਰਿਵੇਗ ਦੇ ਵਿੱਚ ਕੀ ਚੇਂਜ ਆਉਂਦਾ। ਤਾਂ ਇਦਾਂ ਦੀ ਗਤੀ ਆਪਣੇ ਕੋਲ ਕੀ ਸੀ, ਜਾਂ ਤਾਂ ਇੱਕ ਸਮਾਨ ਹੋ ਸਕਦੀ ਸੀ ਜਾਂ ਅਸਮਾਨ। ਮਤਲਬ ਜੇ ਇੱਕੋ ਜਿਹੇ ਟਾਈਮ ਦੇ ਵਿੱਚ ਉਹ ਇੱਕੋ ਜਿਹੀ ਦੂਰੀ ਤੈਅ ਕਰ ਸਕਦੀ ਸੀਗੀ, ਜਾਂ ਉਨੇ ਹੀ ਸੇਮ ਟਾਈਮ ਦੇ ਵਿੱਚ ਘੱਟ ਗਤੀ ਵਿੱਚ ਲੈ ਕੇ ਆ ਸਕਦੇ ਸੀ। ਜੇ ਆਪਾਂ ਕਹਿ ਸਕਦੇ ਹਾਂ ਕਿ ਸੇਮ ਦੂਰੀ ਤੈਅ ਕੀਤੀ ਹੈ ਤਾਂ ਉਹਦਾ ਟਾਈਮ ਵੱਧ ਘੱਟ ਸਕਦਾ ਸੀ, ਤਾਂ ਉਹ ਆਪਣੇ ਕੋਲ ਕਿਹਦੀ ਐਗਜ਼ਾਮਪਲ ਸੀ, ਅਸਮਾਨ ਗਤੀ ਦੀਆਂ। ਤਾਂ ਹੁਣ ਆਪਣੇ ਕੋਲ ਕੀ ਆ ਕਿ ਵਸਤੂ ਦੀ ਚਾਲ ਕਿਉਂ ਬਦਲਦੀ ਰਹਿੰਦੀ ਆ, ਉਹਦੀ ਗਤੀ ਦਾ ਕੀ ਕਾਰਨ ਆ, ਉਹਨਾਂ ਦੀ ਪ੍ਰਕਿਰਤੀ ਕੀ ਆ, ਆਪਾਂ ਉਹਨਾਂ ਦੇ ਜੇ ਉੱਪਰ ਬਲ ਲਗਾ ਰਹੇ ਹਾਂ ਤਾਂ ਬਲ ਕਿਹੜੇ ਤਰ੍ਹਾਂ ਦਾ ਲਗਾ ਰਹੇ ਹਾਂ, ਕਿੰਨਾ ਕੁ ਬਲ ਆਪਾਂ ਨੂੰ ਉਹਨਾਂ ਦੇ ਉੱਪਰ ਲਗਾਉਣਾ ਪੈਂਦਾ, ਕਿਵੇਂ ਡਿਪੈਂਡ ਕਰਦਾ, ਉਹ ਸਾਰਾ ਕੁਝ ਆਪਾਂ ਇਸ ਚੈਪਟਰ ਦੇ ਵਿੱਚ ਦੇਖਣਾ ਹੈ। ਤਾਂ ਹੁਣ ਆਪਣੇ ਕੋਲ ਕੀ ਹੈ, ਜੇ ਕਿਸੇ ਵੀ ਵਸਤੂ ਦੀ ਗਤੀ ਦੀ ਅਵਸਥਾ ਬਦਲਣੀ ਹੈ, ਮਤਲਬ ਜੇ ਗਤੀ ਕਰ ਰਹੀ ਆ, ਕੋਈ ਬਾਲ ਨੂੰ ਜੇ ਆਪਾਂ ਧੱਕਾ ਲਗਾ ਰਹੇ ਹਾਂ, ਕੋਈ ਗੱਡੀ ਮੂਵ ਕਰਦੀ ਆਉਂਦੀ ਆ, ਤਾਂ ਉਹਨੂੰ ਆਪਾਂ ਜੇ ਰੋਕਣਾ ਚਾਹੁੰਦੇ ਹਾਂ, ਜਾਂ ਕੋਈ ਵਸਤੂ ਰੁਕੀ ਹੋਈ ਆ ਉਹਨੂੰ ਆਪਾਂ ਗਤੀ ਦੇ ਵਿੱਚ ਲੈ ਕੇ ਆਉਣਾ, ਤਾਂ ਉਹਨਾਂ ਦੇ ਉੱਪਰ ਆਪਾਂ ਨੂੰ ਕੀ ਆ, ਜਾਂ ਤਾਂ ਧੱਕਾ ਮਾਰਨਾ ਪੈਂਦਾ, ਜਾਂ ਖਿੱਚਣਾ, ਜਾਂ ਠੋਕਰ ਲਗਾਉਣੀ ਪੈਂਦੀ ਆ। ਤਾਂ ਇਸੇ ਕਰਕੇ ਜਿਹੜਾ ਖਿੱਚਣ, ਧਕੇਲ ਜਾਂ ਠੋਕਰ ਲਗਾਉਣ ਵਾਲੀ ਕਿਰਿਆ, ਉਹ ਆਪਣੇ ਕੋਲ ਇੱਕ ਤਰ੍ਹਾਂ ਦਾ ਬਲ ਹੁੰਦਾ ਜਿਹੜਾ ਆਪਾਂ ਕਿਸੇ ਵਸਤੂ ਦੇ ਉੱਪਰ ਲਗਾਉਂਦੇ ਹਾਂ। ਅਤੇ ਬਲ ਜਿਹੜਾ ਆਪਣੇ ਕੋਲ ਕੀ ਹੈ, ਨਾ ਹੀ ਕਿਸੇ ਨੇ ਦੇਖਿਆ, ਨਾ ਆਪਾਂ ਨੂੰ ਟੇਸਟ ਕਰਕੇ ਦੇਖਿਆ ਅਤੇ ਨਾ ਹੀ ਮਹਿਸੂਸ ਕੀਤਾ, ਪਰ ਫਿਰ ਵੀ ਆਪਾਂ ਕੀ ਬਲ ਦਾ ਪ੍ਰਭਾਵ ਦੇਖਦੇ ਹਾਂ ਕਿ ਜੇ ਕਿਸੇ ਵਸਤੂ ਦੇ ਉੱਪਰ ਆਪਾਂ ਬਲ ਲਗਾਇਆ ਤਾਂ ਉਹਦੀ ਸਥਿਤੀ ਦੇ ਵਿੱਚ, ਗਤੀ ਦੇ ਵਿੱਚ, ਦਿਸ਼ਾ ਦੇ ਵਿੱਚ ਚੇਂਜ ਆਉਂਦਾ ਰਹਿੰਦਾ, ਬਟ ਆਪਾਂ ਨੂੰ ਦੇਖ ਨਹੀਂ ਸਕਦੇ। ਅਤੇ ਇਸੇ ਕਰਕੇ ਜੇ ਕਿਸੇ ਵਸਤੂ 'ਤੇ ਆਪਾਂ ਬਲ ਲਗਾ ਰਹੇ ਹਾਂ ਤਾਂ ਧੱਕਾ ਮਾਰਨਾ, ਠੋਕਰ ਮਾਰਨੀ, ਤਾਂ ਵਸਤੂ ਨੂੰ ਆਪਣੇ ਵੱਲ ਖਿੱਚਣਾ, ਇਹ ਸਾਰੀਆਂ ਕਿਰਿਆਵਾਂ ਕੀ ਕਰਦੀਆਂ ਨੇ, ਵਸਤੂ ਨੂੰ ਗਤੀ ਵਿੱਚ ਲਿਆਉਣ ਦੇ ਅਲੱਗ-ਅਲੱਗ ਤਰੀਕੇ ਆ, ਤਾਂ ਆਪਾਂ ਇਹਨਾਂ ਦੇ ਵਿੱਚੋਂ ਕੋਈ ਵੀ ਤਰੀਕਾ ਅਪਣਾ ਸਕਦੇ ਹਾਂ। ਹੁਣ ਜਿਵੇਂ ਆਪਾਂ ਇਹਦੇ 'ਚ ਦੇਖ ਸਕਦੇ ਹਾਂ ਕਿ ਹੁਣ ਇੱਕ ਬੱਚਾ ਉਹ ਇੱਕ ਟਰੋਲੀ ਨੂੰ ਖਿੱਚ ਕੇ ਲੈ ਕੇ ਜਾ ਰਿਹਾ, ਤਾਂ ਹੁਣ ਉਹ ਕਿਹਾ ਉਹਦੇ ਉੱਪਰ ਉਹਨੇ ਬਲ ਲਗਾਉਣਾ ਸ਼ੁਰੂ ਕੀਤਾ ਤਾਂ ਹੀ ਇਹ ਟਰੋਲੀ ਨੇ ਚੱਲਣਾ ਸ਼ੁਰੂ ਕਰਨਾ, ਜਿੱਧਰ ਨੂੰ ਵੀ ਉਹ ਇਹਨੂੰ ਲੈ ਕੇ ਜਾ ਰਿਹਾ ਹੈ। ਤਾਂ ਹੁਣ ਜੇ ਆਪਾਂ ਇਸ ਦਰਾਜ ਨੂੰ ਬਾਹਰ ਵੱਲ ਨੂੰ ਖਿੱਚਾਂਗੇ ਤਾਂ ਹੀ ਦਰਾਜ ਖੁੱਲੂਗਾ, ਜੇ ਆਪਾਂ ਉਹਨੂੰ ਅੰਦਰ ਵੱਲ ਨੂੰ ਧੱਕਾ ਲਗਾਵਾਂਗੇ ਤਾਂ ਉਹ ਬਾਹਰ ਵੱਲ ਨੂੰ ਨਹੀਂ ਖੁੱਲੂਗਾ। ਮਤਲਬ ਬਲ ਵੀ ਆਪਾਂ ਉਸ ਦਿਸ਼ਾ ਦੇ ਵਿੱਚ ਉਸ ਹਿਸਾਬ ਨਾਲ ਲਗਾਉਂਦੇ ਹਾਂ ਜਿਹੜੀ ਚੀਜ਼ ਨੂੰ ਆਪਾਂ ਖਿੱਚਣਾ ਚਾਹੁੰਦੇ ਹਾਂ ਜਾਂ ਉਹਨੂੰ ਮੂਵ ਕਰਵਾਉਣਾ ਚਾਹੁੰਦੇ ਹਾਂ। ਉਵੇਂ ਹੁਣ ਆਪਣੇ ਕੋਲ ਕੀ ਹਾਕੀ ਦੀ ਛੱਡ ਗੇਂਦ ਨੂੰ, ਕਿ ਜੇ ਹਾਕੀ ਦੇ ਨਾਲ ਆਪਾਂ ਬੋਲ ਦੇ ਉੱਪਰ ਸੱਟ ਮਾਰਦੇ ਹਾਂ ਤਾਂ ਬੋਲ ਨੇ ਅੱਗੇ ਵੱਲ ਨੂੰ ਮੂਵ ਕਰਨਾ। ਤਾਂ ਇਹ ਸਾਰੀਆਂ ਆਪਣੇ ਕੋਲ ਕਿਹਦੀਆਂ ਐਗਜ਼ਾਮਪਲਸ ਨੇ, ਬਲ ਦੀਆਂ। ਤਾਂ ਹੁਣ ਆਪਣੇ ਕੋਲ ਕੀ ਸੀਗਾ ਕਿ ਆਪਾਂ ਇੰਨਾ ਤਾਂ ਪੜ੍ਹ ਚੁੱਕੇ ਹਾਂ ਕਿ ਜੇ ਕਿਸੇ ਵਸਤੂ ਦੀ ਵੇਗ ਦੀ ਮਾਤਰਾ ਹੈ ਉਹਨੂੰ ਆਪਾਂ ਬਦਲਣਾ ਚਾਹੁੰਦੇ ਹਾਂ, ਮਤਲਬ ਘੱਟ ਜਾਂ ਵੱਧ ਕਰਨਾ ਚਾਹੁੰਦੇ ਹਾਂ, ਜਾਂ ਗਤੀ ਦੀ ਦਿਸ਼ਾ ਬਦਲਣਾ ਚਾਹੁੰਦੇ ਹਾਂ, ਤਾਂ ਆਪਾਂ ਨੂੰ ਕੀ ਆ, ਉਹਨਾਂ ਦੇ ਉੱਪਰ ਬਲ ਨੂੰ ਲਗਾਉਣਾ ਪੈਂਦਾ। ਹੁਣ ਇਸੇ ਕਰਕੇ ਬਲ ਦੇ ਦੁਆਰਾ ਆਪਾਂ ਕੀ ਆ, ਵਸਤੂਆਂ ਦਾ ਆਕਾਰ ਅਤੇ ਸ਼ਕਲ ਸੂਰਤ ਬਦਲ ਸਕਦੇ ਹਾਂ। ਜੇ ਹੁਣ ਆਪਾਂ ਇੱਕ ਸਪਰਿੰਗ ਦੀ ਗੱਲ ਕਰੀਏ, ਜੇ ਸਪਰਿੰਗ ਨੂੰ ਆਪਾਂ ਇੱਕ ਐਂਡ ਦੇ ਉੱਪਰ ਫਿਕਸ ਕਰਤਾ ਅਤੇ ਦੂਜੇ ਐਂਡ ਤੋਂ ਖਿੱਚਣਾ ਸ਼ੁਰੂ ਕਰੀਏ ਤਾਂ ਉਹਦੀ ਕੀ ਆ, ਸਥਿਤੀ ਦੇ ਵਿੱਚ ਵੀ ਚੇਂਜ ਆ ਗਿਆ ਕਿ ਪਹਿਲਾਂ ਉਹਨੇ ਘੱਟ ਜਗ੍ਹਾ ਘੇਰੀ ਹੋਈ ਸੀ, ਬਟ ਉਸ ਤੋਂ ਬਾਅਦ ਕਿ ਜ਼ਿਆਦਾ ਜਗ੍ਹਾ ਘੇਰ ਲਈ, ਲੰਬਾਈ 'ਚ ਚੇਂਜ ਆ ਗਿਆ, ਲੰਬਾਈ ਵੱਧ ਗਈ। ਇਸੇ ਤਰ੍ਹਾਂ ਹੁਣ ਜੇ ਆਪਣੇ ਕੋਲ ਕੀ ਆ, ਕੋਈ ਗੇਂਦ ਦਿੱਤੀ ਹੋਈ ਹੈ, ਗੇਂਦ ਦੇ ਉੱਪਰ ਵੀ ਆਪਾਂ ਬਲ ਲਗਾਉਂਦੇ ਹਾਂ, ਇਸ ਤਰ੍ਹਾਂ ਹੱਥਾਂ ਦੇ ਵਿੱਚ ਫੜ ਕੇ ਜੇ ਆਪਾਂ ਪ੍ਰੈਸ ਕਰ ਦਈਏ ਤਾਂ ਵੀ ਉਹਦੀ ਸ਼ਕਲ ਕੀ ਹੈ, ਚੇਂਜ ਹੋ ਜੂਗੀ। ਹੁਣ ਇਸ ਦਾ ਨੈਕਸਟ ਆਪਣਾ ਆਰਟੀਕਲ ਹੈਗਾ ਸੰਤੁਲਿਤ ਅਤੇ ਅਸੰਤੁਲਿਤ ਬਲ, ਕਿ ਸੰਤੁਲਿਤ ਅਤੇ ਅਸੰਤੁਲਿਤ ਬਲ ਕੀ ਹੁੰਦੇ ਆ। ਹੁਣ ਉਵੇਂ ਹੀ ਆਪਣੇ ਕੋਲ ਕੀ ਆ, ਇੱਕ ਮੇਜ਼ ਦੇ ਉੱਪਰ ਆਪਾਂ ਇੱਕ ਲੱਕੜ ਦਾ ਟੁਕੜਾ ਰੱਖਿਆ ਹੋਇਆ ਅਤੇ ਉਹਨੂੰ ਦੋਨੋਂ ਪਾਸੇ ਧਾਗਿਆਂ ਦੇ ਨਾਲ ਬੰਨ੍ਹਿਆ ਹੋਇਆ। ਜੇ ਹੁਣ ਆਪਾਂ ਦੋਨੋਂ ਸਾਈਡ ਦੇ ਉੱਪਰ ਐਕਸ ਅਤੇ ਵਾਈ, ਮਤਲਬ ਆਪਾਂ ਇੱਥੇ ਕੀ ਆ, ਆਪਣੇ ਹੱਥ ਦੀ ਗੱਲ ਕਰ ਸਕਦੇ ਕਿ ਆਪਣੇ ਹੱਥ ਦੇ ਵਿੱਚ ਧਾਗੇ ਦੇ ਨਾਲ ਬੰਨ੍ਹ ਕੇ ਇੱਕ ਲੱਕੜ ਦਾ ਟੁਕੜਾ ਰੱਖਿਆ ਹੋਇਆ। ਜੇ ਦੋਨੋਂ ਪਾਸੋਂ ਆਪਾਂ ਬਰਾਬਰ ਬਲ ਦੇ ਨਾਲ ਖਿੱਚਣਾ ਸ਼ੁਰੂ ਕਰੀਏ ਤਾਂ ਇਸ ਬਾਕਸ ਨੇ, ਇਸ ਲੱਕੜ ਦੇ ਟੁਕੜੇ ਨੇ ਕੀ ਆ, ਇਸ ਜਗ੍ਹਾ ਤੋਂ ਨਹੀਂ ਹਿੱਲਣਾ, ਕਿਉਂਕਿ ਆਪਾਂ ਕੀ ਦੋਨੋਂ ਪਾਸੇ ਤੋਂ ਬਰਾਬਰ ਬਲ ਲਗਾਇਆ ਹੋਇਆ ਸੀ। ਅਤੇ ਜੇ ਦੋਨੋਂ ਪਾਸੇ ਤੋਂ ਆਪਾਂ ਬਰਾਬਰ ਬਲ ਲਗਾ ਰਹੇ ਹਾਂ ਐਕਸ ਅਤੇ ਵਾਈ ਤੋਂ, ਤਾਂ ਇਹਨੇ ਆਪਣੀ ਜਗ੍ਹਾ ਚੇਂਜ ਨਹੀਂ ਕੀਤੀ, ਤਾਂ ਇਹ ਆਪਣੇ ਕੋਲ ਕਿਹੜਾ ਬਲ ਹੋਊਗਾ, ਇੱਥੇ ਸੰਤੁਲਿਤ ਬਲ। ਪਰ ਜੇ ਆਪਾਂ ਇੱਕ ਸਾਈਡ ਦੇ ਉੱਪਰ ਜ਼ਿਆਦਾ ਬਲ ਲਗਾਈਏ, ਮਤਲਬ ਆਪਾਂ ਐਕਸ ਦੇ ਉੱਪਰ ਜ਼ਿਆਦਾ ਬਲ ਲਗਾ ਰਹੇ ਹਾਂ, ਇੱਧਰ ਆਪਾਂ ਇਹਨੂੰ ਖਿੱਚਣਾ ਸ਼ੁਰੂ ਨਹੀਂ ਕੀਤਾ, ਇਹਨੂੰ ਆਪਾਂ ਉਵੇਂ ਹੀ ਹੱਥ ਦੇ ਵਿੱਚ ਫੜਿਆ ਹੋਇਆ। ਜੇ ਹੁਣ ਆਪਾਂ ਐਕਸ ਦੇ ਵੱਲ ਨੂੰ ਖਿੱਚਣਾ ਸ਼ੁਰੂ ਕਰਾਂਗੇ ਤਾਂ ਇਹ ਟੁਕੜਾ ਕੀ ਕਰੂਗਾ, ਐਕਸ ਦੇ ਵੱਲ ਜਾਣਾ ਸ਼ੁਰੂ ਕਰ ਦੂ। ਜੇ ਆਪਾਂ ਵਾਈ ਦੇ ਵੱਲ ਜ਼ਿਆਦਾ ਬਲ ਲਗਾਵਾਂਗੇ ਅਤੇ ਐਕਸ ਦੇ ਉੱਪਰ ਬਲ ਨਹੀਂ ਲਗਾ ਰਹੇ ਤਾਂ ਇਹਨੇ ਕੀ ਕਰਨਾ, ਵਾਈ ਦੇ ਵੱਲ ਚੱਲਣਾ ਸ਼ੁਰੂ ਕਰ ਦੇਣਾ। ਤਾਂ ਇੱਥੇ ਕੀ ਹੈ, ਇੱਕ ਸਾਈਡ ਦੇ ਉੱਪਰ ਬਲ ਲੱਗ ਰਿਹਾ, ਇੱਕ ਸਾਈਡ ਦੇ ਉੱਪਰ ਬਲ ਨਹੀਂ ਲੱਗ ਰਿਹਾ, ਜਾਂ ਆਪਾਂ ਕਹਿ ਸਕਦੇ ਕਿ ਇੱਕ ਸਾਈਡ ਦੇ ਉੱਪਰ ਜ਼ਿਆਦਾ ਬਲ ਅਤੇ ਇੱਕ ਸਾਈਡ ਦੇ ਉੱਪਰ ਘੱਟ ਆ। ਤਾਂ ਹੁਣ ਇਸੇ ਕਰਕੇ ਇਹ ਆਪਣੇ ਕੋਲ ਕੀ ਆ, ਅਸੰਤੁਲਿਤ ਬਲ ਹੋਊਗਾ, ਕਿਉਂਕਿ ਅਸੰਤੁਲਿਤ ਬਲ ਦੇ ਕਾਰਨ ਹੀ ਇਹਨੇ ਆਪਣੀ ਜਗ੍ਹਾ ਵਿੱਚ ਚੇਂਜ ਕੀਤਾ ਅਤੇ ਗਤੀ ਦੇ ਵਿੱਚ ਆ ਗਿਆ।
ਤਾਂ ਇਸੇ ਕਰਕੇ ਸੰਤੁਲਿਤ ਬਲ ਆਪਣੇ ਕੋਲ ਕੀ ਹੈ, ਜੇ ਦੋਨੋਂ ਪਾਸੇ ਆਪਾਂ ਬਰਾਬਰ ਬਲ ਦੇ ਨਾਲ ਖਿੱਚਿਆ ਤਾਂ ਇਹੋ ਜਿਹੀ ਹਾਲਤ ਦੇ ਵਿੱਚ ਲੱਕੜ ਦਾ ਟੁਕੜਾ ਜੋ ਆਪਾਂ ਰੱਖਿਆ ਹੋਇਆ ਸੀ ਉਹਨੇ ਗਤੀ ਨਹੀਂ ਕੀਤੀ, ਤੇ ਇਦਾਂ ਦੇ ਬਲ ਨੂੰ ਆਪਾਂ ਕੀ ਕਹਿੰਦੇ, ਸੰਤੁਲਿਤ ਬਲ। ਤੇ ਇਹ ਵਸਤੂਆਂ ਦੀ ਵਿਰਾਮ ਅਵਸਥਾ ਜਾਂ ਗਤੀ ਅਵਸਥਾ ਨੂੰ ਨਹੀਂ ਬਦਲਦੇ, ਕਿ ਉਸੇ ਜਗ੍ਹਾ ਦੇ ਉੱਪਰ ਟੁਕੜਾ ਪਿਆ ਰਿਹਾ। ਪਰ ਜੇ ਹੁਣ ਆਪਾਂ ਕੀ ਇੱਕ ਸਾਈਡ ਦੇ ਉੱਪਰ ਜ਼ਿਆਦਾ ਬਲ ਲਗਾਇਆ, ਮਤਲਬ ਮੁੱਢ ਕਿੱਧਰ ਨੂੰ ਮੂਵ ਕਰਨਾ ਸ਼ੁਰੂ ਕਰੂਗਾ, ਜਿਹੜੀ ਦਿਸ਼ਾ ਦੇ ਵਿੱਚ ਆਪਾਂ ਬਲ ਜ਼ਿਆਦਾ ਲਗਾਇਆ ਹੋਇਆ ਸੀ ਤਾਂ ਉਧਰ ਵੱਲ ਨੂੰ ਖਿਸਕਣਾ ਸ਼ੁਰੂ ਕੀਤਾ। ਤਾਂ ਇਸੇ ਕਰਕੇ ਕਿ ਇਹ ਦੋਨੋਂ ਬਲ ਸੰਤੁਲਿਤ ਨਹੀਂ ਹੈਗੇ, ਤਾਂ ਅਸੰਤੁਲਿਤ ਬਲ ਕੀ ਕਰੂਗਾ, ਮੁੱਢ ਦੇ ਖਿਸਕਣ ਦੀ ਦਿਸ਼ਾ ਦੇ ਵਿੱਚ ਕੰਮ ਕਰੂ, ਕਿ ਜਿੱਧਰ ਨੂੰ ਆਪਾਂ ਬਲ ਲਗਾਇਆ ਸੀ ਉਧਰ ਹੀ ਮੁੱਢ ਨੇ ਖਿਸਕਣਾ ਸ਼ੁਰੂ ਕੀਤਾ। ਤਾਂ ਹੁਣ ਇਹਦਾ ਰਿਜ਼ਲਟ ਕੀ ਨਿਕਲਿਆ ਕਿ ਜੇ ਆਪਾਂ ਵਸਤੂ ਦੇ ਉੱਪਰ ਲੱਗਿਆ ਅਸੰਤੁਲਿਤ ਬਲ ਸੀ, ਉਹਨੇ ਉਸ ਟੁਕੜੇ ਨੂੰ ਕੀ ਕੀਤਾ, ਗਤੀ ਪ੍ਰਦਾਨ ਕੀਤੀ। ਹੁਣ ਇਸੇ ਤਰ੍ਹਾਂ ਨੈਕਸਟ ਐਗਜ਼ਾਮਪਲ ਦੇ ਵਿੱਚ ਆਪਣੇ ਕੋਲ ਕਿਹੜੀ ਪਿਕਚਰ ਸ਼ੋ ਕੀਤੀ ਹੋਈ ਆ, ਕਿ ਜੇ ਕੁਝ ਕੁ ਬੱਚੇ ਆਪਣੇ ਕੋਲ ਕੀ ਇੱਕ ਬਕਸੇ ਨੂੰ ਖੁਰਦਰੇ ਫਰਸ਼ ਦੇ ਉੱਪਰ ਧਕੇਲਣ ਦੀ ਕੋਸ਼ਿਸ਼ ਕਰਦੇ ਹਨ। ਜੇ ਉਹ ਬਕਸੇ ਨੂੰ ਘੱਟ ਜ਼ੋਰ ਦੇ ਨਾਲ ਧੱਕਾ ਮਾਰਦੇ ਤਾਂ ਬਕਸਾ ਕੀ ਕਰੂਗਾ, ਖਿਸਕਣਾ ਨਹੀਂ, ਉਹਨੇ ਉਸੇ ਜਗ੍ਹਾ ਦੇ ਉੱਪਰ ਪਿਆ ਰਹਿਣਾ, ਕਿਉਂਕਿ ਉੱਥੇ ਕੀ ਸੀਗਾ, ਫ੍ਰਿਕਸ਼ਨ, ਰਗੜ ਬਲ ਨੇ ਕੰਮ ਕਰਨਾ ਸ਼ੁਰੂ ਕੀਤਾ। ਹੁਣ ਆਹ ਬੱਚੇ ਕੀ ਕਰ ਰਹੇ, ਇਹਨਾਂ ਨੂੰ ਇਸ ਦਿਸ਼ਾ ਦੇ ਵਿੱਚ ਬਲ ਲਗਾ ਰਹੇ ਸੱਜੇ ਪਾਸੇ ਵੱਲ, ਬਟ ਉੱਥੇ ਕੀ ਇੱਕ ਹੋਰ ਬਲ ਕੰਮ ਕਰ ਰਿਹਾ, ਰਗੜ ਬਲ। ਉਹ ਕਿਵੇਂ ਉਹਦੇ ਤੋਂ ਐਕਟ ਕਰੂਗਾ, ਉਹਦੇ ਤੋਂ ਉਲਟ ਦਿਸ਼ਾ ਦੇ ਵਿੱਚ। ਧਕੇਲ ਬਲ ਇਸ ਦਿਸ਼ਾ ਦੇ ਵਿੱਚ ਸੀਗਾ ਸੱਜੇ ਪਾਸੇ, ਰਗੜ ਬਲ ਨੇ ਕਿਵੇਂ ਕੰਮ ਕਰਨਾ, ਉਹਦੇ ਤੋਂ ਉਲਟ ਦਿਸ਼ਾ ਦੇ ਵਿੱਚ ਖੱਬੇ ਪਾਸੇ ਦੇ ਬਲ। ਤਾਂ ਹੁਣ ਇਸੇ ਕਰਕੇ ਆਪਣੇ ਕੋਲੇ ਕੀ ਸੀ ਕਿ ਜਿਹੜਾ ਰਗੜ ਬਲ ਸੀ ਧਕੇਲਣ ਦੇ ਉਲਟ ਦਿਸ਼ਾ ਦੇ ਵਿੱਚ ਕੰਮ ਕੀਤਾ। ਤਾਂ ਇਹ ਰਗੜ ਬਲ ਕੀ ਕਰੂਗਾ, ਹਮੇਸ਼ਾ ਹੀ ਕਿੱਥੇ ਲੱਗਦਾ, ਕਿ ਦੋ ਜਿਹੜੀਆਂ ਆਪਸ ਦੇ ਵਿੱਚ ਪਰਤਾਂ ਨੇ, ਦੋ ਆਪਣੇ ਕੋਲ ਤਲ ਦਿੱਤੇ ਹੋਏ ਆ, ਜੇ ਆਪਸ ਵਿੱਚ ਟੱਚ ਕਰਨਗੇ ਤਾਂ ਹੀ ਰਗੜ ਬਲ ਨੇ ਇੱਥੇ ਪੈਦਾ ਹੋਣਾ, ਨਹੀਂ ਪੈਦਾ ਹੁੰਦਾ। ਤਾਂ ਹੁਣ ਇਹਨਾਂ ਦੇ ਵਿੱਚ ਕਿਹੜੀ ਐਗਜ਼ਾਮਪਲ ਦਿੱਤੀ ਹੈ ਕਿ ਬਕਸੇ ਦੇ ਥੱਲੇ ਵਾਲਾ ਜਿਹੜਾ ਆਹ ਆਪਾਂ ਨੂੰ ਤਲ ਦਿੱਤਾ ਹੋਇਆ ਤੇ ਫਰਸ਼ ਦਾ ਜਿਹੜਾ ਖੁਰਦਰਾ ਤਾਲ ਆ, ਉਹਨਾਂ ਦੇ ਵਿਚਕਾਰ ਇੱਥੇ ਕੀ ਰਗੜ ਬਲ ਲੱਗ ਰਿਹਾ। ਤੇ ਇਹ ਧਕੇਲਣ ਵਾਲੇ ਬਲ ਨੂੰ ਕੀ ਕਰਦਾ, ਸੰਤੁਲਿਤ। ਮਤਲਬ ਜਿਹੜਾ ਧਕੇਲ ਵਾਲਾ ਆਪਾਂ ਸੱਜੇ ਪਾਸੇ ਲਗਾ ਰਹੇ ਸੀ, ਰਗੜ ਬਲ ਖੱਬੇ ਪਾਸੇ, ਦੋਨਾਂ ਨੇ ਇੱਕ ਦੂਜੇ ਨੂੰ ਕੀ ਕੀਤਾ, ਸੰਤੁਲਿਤ ਕੀਤਾ। ਤੇ ਇਸੇ ਕਰਕੇ ਬਕਸਾ ਕੀ ਕਰਦਾ, ਗਤੀ ਨਹੀਂ ਕਰਦਾ, ਮਤਲਬ ਦੋਨਾਂ ਨੇ ਇੱਕ ਦੂਜੇ ਨੂੰ ਕੈਂਸਲ ਕਰਤਾ। ਕਿਉਂਕਿ ਆਪਾਂ ਕਹਿ ਸਕਦੇ ਕਿ ਇੱਕ ਸੱਜੇ ਪਾਸੇ ਸੀ ਤੇ ਇੱਕ ਖੱਬੇ ਪਾਸੇ, ਬਟ ਬਰਾਬਰ ਲੱਗ ਰਿਹਾ ਸੀ ਅਮਾਊਂਟ ਦੇ ਵਿੱਚ, ਤਾਂ ਕੈਂਸਲ ਕੀਤਾ ਹੈ। ਪਰ ਜੇ ਇਹੀ ਬੱਚੇ ਜਿੰਨਾ ਬਲ ਪਹਿਲਾਂ ਲਗਾ ਰਹੇ ਸੀ ਉਹਦੇ ਤੋਂ ਜ਼ਿਆਦਾ ਬਲ ਲਗਾਉਣਗੇ, ਧਕੇਲ ਬਲ ਜ਼ਿਆਦਾ ਜ਼ੋਰ ਨਾਲ ਧੱਕਾ ਮਾਰਦੇ ਆ, ਤਾਂ ਉਹਨਾਂ ਨੇ ਕੀ ਕਰਨਾ ਹੈ, ਆਪਣੇ ਜਿਹੜਾ ਡੱਬਾ ਦਿੱਤਾ ਹੋਇਆ ਸੀ ਜਾਂ ਇੱਕ ਬਕਸਾ ਦਿੱਤਾ ਹੋਇਆ ਸੀ, ਉਹਨੂੰ ਕੀ ਆ, ਉੱਥੋਂ ਥੋੜ੍ਹਾ ਜਿਹਾ ਮੂਵ ਕਰਵਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ। ਕਿਉਂਕਿ ਆਪਣੇ ਕੋਲੇ ਕੀ ਹੋ ਜਾਊਗਾ, ਜਿਹੜਾ ਇੱਥੇ ਰਗੜ ਬਲ ਲੱਗ ਰਿਹਾ ਸੀ ਖੱਬੇ ਪਾਸੇ ਵੱਲ ਨੂੰ, ਤੇ ਬੱਚਿਆਂ ਨੇ ਜਿਹੜਾ ਧਕੇਲ ਬਲ ਸੱਜੇ ਪਾਸੇ ਵੱਲ ਨੂੰ ਲਗਾਇਆ ਸੀ, ਤਾਂ ਹੁਣ ਇੱਥੇ ਕਿਸੇ ਧਕੇਲ ਬਲ ਜ਼ਿਆਦਾ ਲਾ ਰਹੇ ਸੀ ਉਹ, ਤਾਂ ਰਗੜ ਬਲ ਜਿੰਨਾ ਲੱਗ ਰਿਹਾ ਸੀ ਉਹ ਤੋਂ ਜ਼ਿਆਦਾ ਲਗਾਇਆ ਧਕੇਲ ਬਲ, ਤਾਂ ਧਕੇਲ ਬਲ ਜ਼ਿਆਦਾ ਲੱਗਣ ਦੇ ਕਾਰਨ ਹੀ ਇੱਥੇ ਅਸੰਤੁਲਿਤ ਬਲ ਲੱਗਣਾ ਸ਼ੁਰੂ ਹੋਇਆ। ਤੇ ਅਸੰਤੁਲਿਤ ਬਲ ਦੇ ਕਾਰਨ ਹੀ ਇਸ ਡੱਬੇ ਨੇ ਕੀ ਕਰਨਾ ਹੈ, ਗਤੀ ਪ੍ਰਦਾਨ ਕਰ ਲੈਣੀ ਆ। ਤੇ ਇਸ ਤਰ੍ਹਾਂ ਬੱਚੇ ਇਸ ਡੱਬੇ ਨੂੰ ਉਹਦੀ ਓਰੀਜਨਲ ਜਗ੍ਹਾ ਤੋਂ ਹਟਾ ਕੇ ਅੱਗੇ ਲੈ ਕੇ ਜਾ ਸਕਦੇ ਆ। ਤਾਂ ਹੁਣ ਨੈਕਸਟ ਆਪਣੇ ਕੋਲ ਹੈ ਗਤੀ ਦਾ ਪਹਿਲਾ ਨਿਯਮ। ਹੁਣ ਆਪਣੇ ਕੋਲ ਕੀ, ਜੇ ਕਿਸੇ ਵੀ ਵਸਤੂ ਦੇ ਉੱਪਰ ਆਪਾਂ ਬਾਹਰੋਂ ਕੋਈ ਵੀ ਬਲ ਨਹੀਂ ਲਗਾਉਂਦੇ ਤਾਂ ਉਹ ਵਸਤੂਆਂ ਕੀ ਕਰਦੇ ਨੇ, ਉਸੇ ਦਿਸ਼ਾ ਦੇ ਵਿੱਚ ਚੱਲਦੀਆਂ ਰਹਿਣਗੀਆਂ, ਉਸੇ ਗਤੀ ਦੇ ਨਾਲ ਚੱਲਦੀਆਂ ਰਹਿਣਗੀਆਂ। ਜੇ ਕੋਈ ਵਸਤੂ ਵਿਰਾਮ ਅਵਸਥਾ ਦੇ ਵਿੱਚ ਪਈ ਆ ਤਾਂ ਕੀ ਕਰੂਗੀ, ਉਹ ਵਸਤੂ ਉਸੇ ਅਵਸਥਾ ਦੇ ਵਿੱਚ ਪਈ ਰਹੂਗੀ ਜਿੰਨਾ ਟਾਈਮ ਆਪਾਂ ਬਾਹਰੋਂ ਬਲ ਨਹੀਂ ਲਗਾਉਂਦੇ। ਮਤਲਬ ਜੇ ਹੁਣ ਕੋਈ ਬੱਚਾ ਜਾਂ ਤੁਸੀਂ ਆਪਣੀ ਬੁੱਕ ਨੂੰ ਇੱਕ ਜਗ੍ਹਾ ਦੇ ਉੱਪਰ ਰੱਖਿਆ ਹੋਇਆ ਤਾਂ ਉੱਥੇ ਹੀ ਪਈ ਰਹੂਗੀ ਜਿੰਨਾ ਟਾਈਮ ਤੁਸੀਂ ਉਸ ਬੁੱਕ ਨੂੰ ਆ ਕੇ ਉੱਥੋਂ ਨਹੀਂ ਚੱਕਦੇ, ਮਤਲਬ ਬਾਹਰੋਂ ਆ ਕੇ ਕੋਈ ਵੀ ਬਲ ਉਹਦੇ ਉੱਪਰ ਨਹੀਂ ਲਗਾਉਂਦੇ। ਤਾਂ ਇਸੇ ਕਰਕੇ ਆਪਣੇ ਕੋਲ ਕੀ ਹੈ, ਗਤੀ ਦਾ ਪਹਿਲਾ ਨਿਯਮ ਕੀ ਸੀ ਕਿ ਕਿਸੇ ਵੀ ਵਸਤੂ ਨੂੰ ਜੇ ਆਪਾਂ ਉਹਦੀ ਜਗ੍ਹਾ ਤੋਂ ਹਟਾਉਣਾ ਚਾਹੁੰਦੇ ਹਾਂ ਜਾਂ ਵਿਰਾਮ ਅਵਸਥਾ ਤੋਂ ਗਤੀ ਵਿੱਚ ਲੈ ਕੇ ਆਉਣਾ ਜਾਂ ਗਤੀ ਤੋਂ ਵਿਰਾਮ ਅਵਸਥਾ ਦੇ ਵਿੱਚ ਲੈ ਕੇ ਆਉਣਾ, ਤਾਂ ਆਪਾਂ ਨੂੰ ਕੀ ਉਹਦੇ ਉੱਪਰ ਬਾਹਰੋਂ ਬਲ ਲਗਾਉਣਾ ਪੈਂਦਾ। ਹਰੇਕ ਵਸਤੂ ਆਪਣੀ ਵਿਰਾਮ ਅਵਸਥਾ ਵਿੱਚ ਜਾਂ ਸਰਲ ਰੇਖਾ ਵਿੱਚ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਬਣੀ ਰਹਿੰਦੀ ਹੈ ਜਦੋਂ ਤੱਕ ਕੋਈ ਬਾਹਰੋਂ ਬਲ ਉਸ ਅਵਸਥਾ ਨੂੰ ਬਦਲਣ ਲਈ ਮਜਬੂਰ ਨਹੀਂ ਕਰਦਾ। ਜਿਵੇਂ ਮੈਂ ਤੁਹਾਨੂੰ ਹੁਣ ਪਹਿਲਾਂ ਦੱਸ ਕੇ ਹਟੀ ਸੀਗੀ ਕਿ ਜੇ ਆਪਾਂ ਬੁੱਕ ਦੀ ਐਗਜ਼ਾਮਪਲ ਲੈਂਦੇ ਹਾਂ ਤਾਂ ਬੁੱਕ ਵੀ ਉੱਥੇ ਹੀ ਪਈ ਰਹੂਗੀ। ਜਾਂ ਆਪਣੇ ਕੋਲ ਕੀ ਗੇਂਦ ਦਿੱਤੀ ਹੋਈ ਆ ਤਾਂ ਗੇਂਦ ਨੂੰ ਜੇ ਆਪਾਂ ਇੱਕ ਕਮਰੇ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਇੱਕ ਐਂਡ ਤੋਂ ਇੱਕ ਕਾਰਨਰ ਤੋਂ ਮੂਵ ਕਰਵਾਉਣਾ ਸ਼ੁਰੂ ਕੀਤਾ ਕਿ ਜਾਂ ਆਪਾਂ ਨੂੰ ਸੈੱਟ ਰਹੀਆਂ ਇੱਕ ਕੋਨੇ ਤੋਂ ਦੂਜੇ ਕੋਨੇ ਵੱਲ ਉਵੇਂ ਹੀ ਜਾਣਾ, ਜਿੰਨਾ ਟਾਈਮ ਕੋਈ ਹੋਰ ਉਹਨੂੰ ਉੱਥੇ ਰਸਤੇ ਦੇ ਵਿੱਚ ਨਹੀਂ ਰੋਕਦਾ, ਨਹੀਂ ਤਾਂ ਉਹਨੇ ਕੀ ਕਰਨਾ, ਉਵੇਂ ਹੀ ਤੁਰੀ ਜਾਣਾ। ਹੁਣ ਇਸੇ ਤਰ੍ਹਾਂ ਆਪਾਂ ਇਹਨੂੰ ਹੋਰ ਡਿਫਾਈਨ ਕਰ ਸਕਦੇ ਹਾਂ ਕਿ ਹਰੇਕ ਵਸਤੂ ਆਪਣੀ ਗਤੀ ਦੀ ਅਵਸਥਾ ਵਿੱਚ ਮਤਲਬ ਕੀ ਆ, ਬਦਲਣਾ ਨਹੀਂ ਚਾਹੁੰਦੀ ਜਾਂ ਪਰਿਵਰਤਨ ਨਹੀਂ ਕਰਨਾ ਚਾਹੁੰਦੀ ਤਾਂ ਉਹਨੂੰ ਕੀ ਰੋਕਦੀ ਆ, ਕਿਉਂ ਪਰਿਵਰਤਨ ਨਹੀਂ ਕਰਨਾ, ਆਪਣੀ ਗਤੀ ਦੀ ਅਵਸਥਾ ਦੇ ਵਿੱਚ ਪਰਿਵਰਤਨ ਦਾ ਵਿਰੋਧ ਕਰਦੇ ਨੂੰ ਰੋਕਣਾ ਸ਼ੁਰੂ ਕਰ ਦਿੰਦੀ ਆ। ਹੁਣ ਇਸੇ ਕਰਕੇ ਜੇ ਆਪਾਂ ਕਿਸੇ ਵੀ ਵਸਤੂ ਨੂੰ ਨਾ ਹਿਲਾਈਏ ਤਾਂ ਉਹਨੇ ਕੀ ਕਰਨਾ, ਉਸੇ ਵਿਰਾਮ ਅਵਸਥਾ ਦੇ ਵਿੱਚ ਰਹਿਣਾ ਹੀ, ਜਾਂ ਫਿਰ ਕੀ ਕਰੂਗੀ, ਇੱਕ ਸਮਾਨ ਵੇਗ ਦੇ ਨਾਲ ਉਨੀ ਹੀ ਗਤੀ ਦੇ ਨਾਲ ਚੱਲਦੇ ਰਹਿੰਦਾ। ਤਾਂ ਹੁਣ ਜੇ ਇਸੇ ਤਰ੍ਹਾਂ ਉਹ ਵਸਤੂ ਲਗਾਤਾਰ ਉਸ ਅਵਸਥਾ ਦੇ ਵਿੱਚ ਪਈ ਰਹਿੰਦੀ ਹੈ ਜਾਂ ਉਸੇ ਗਤੀ ਦੇ ਨਾਲ ਤੁਰੀ ਜਾਂਦੀ ਆ ਤਾਂ ਉਹ ਆਪਣੇ ਕੋਲੇ ਕੀ ਆ,
ਉਹਦਾ ਨਿਯਮ ਹੁੰਦਾ ਜੜਤਾ, ਕਿ ਉਹ ਅਵਸਥਾ ਕਿਹੜੀ ਆ ਜਾਂਦੀ ਹੈ, ਜੜਤਾ। ਆਪਣੀ ਉਸੇ ਅਵਸਥਾ ਦੇ ਵਿੱਚ ਪਈ ਰਹਿਣ ਦੀ ਪ੍ਰਵਿਰਤੀ ਨੂੰ ਕੀ ਕਹਿੰਦੇ ਆ, ਜੜਤਾ। ਤਾਂ ਹੁਣ ਉਹ ਜੜਤਾ ਕੀ ਆ, ਉਸ ਅਵਸਥਾ ਨੂੰ ਕਹਿਣਾ ਜਿੰਨਾ ਟਾਈਮ ਆਪਾਂ ਉਹਦੇ ਉੱਪਰ ਕੋਈ ਬਾਹਰੋਂ ਬਲ ਨਹੀਂ ਲਗਾਇਆ ਹੋਇਆ। ਜੇ ਬਾਹਰੋਂ ਆਪਾਂ ਕੋਈ ਬਲ ਨਹੀਂ ਲਗਾਉਂਦੇ ਤਾਂ ਉਸੇ ਅਵਸਥਾ ਦੇ ਵਿੱਚ ਰਹਿਣ ਦੀ ਪ੍ਰਵਿਰਤੀ ਨੂੰ ਕੀ ਕਹਿਣਾ ਆਪਾਂ, ਜੜਤਾ। ਤਾਂ ਇਸੇ ਕਰਕੇ ਆਪਾਂ ਕਿ ਗਤੀ ਦੇ ਪਹਿਲੇ ਨਿਯਮ ਨੂੰ ਕੀ ਕਹਿੰਦੇ ਆ, ਜੜਤਾ ਦਾ ਨਿਯਮ। ਕਿਉਂਕਿ ਪਹਿਲੇ ਨਿਯਮ ਦੇ ਵਿੱਚ ਆਪਾਂ ਕੀ ਡਿਫਾਈਨ ਕੀਤਾ ਸੀ, ਜਿੰਨਾ ਟਾਈਮ ਆਪਾਂ ਬਾਹਰੋਂ ਕੋਈ ਬਲ ਨਹੀਂ ਲਗਾਉਂਦੇ ਨੇ ਉਸੇ ਅਵਸਥਾ ਦੇ ਵਿੱਚ ਰਹਿਣਾ। ਤੇ ਜੜਤਾ ਵੀ ਉਸ ਅਵਸਥਾ ਨੂੰ ਹੀ ਕਹਿੰਦੇ ਆ ਜਿਹੜੀ ਅਵਸਥਾ ਦੇ ਵਿੱਚ ਕੋਈ ਵਸਤੂ ਪਈ ਹੋਈ ਸੀ। ਹੁਣ ਇਹਦੇ ਵਿੱਚ ਆਪਾਂ ਐਗਜ਼ਾਮਪਲ ਦੇਖ ਸਕਦੇ ਹਾਂ ਕਿ ਜੇ ਹੁਣ ਆਪਾਂ ਕਿਸੇ ਗੱਡੀ ਦੇ ਵਿੱਚ ਜਾ ਰਹੇ ਹਾਂ, ਯਾਤਰਾ ਕਰਦੇ ਹਾਂ, ਤਾਂ ਆਪਣੇ ਕੋਲੇ ਕੀ ਆ ਕਿ ਜੇ ਹੁਣ ਇੱਕਦਮ ਬ੍ਰੇਕ ਲਗਾ ਰਹੇ ਆਪਾਂ, ਤਾਂ ਆਪਣੇ ਕੋਲੇ ਕੀ ਹੋ ਜਾਂਦਾ ਏ, ਬ੍ਰੇਕ ਲਗਾਉਣ ਦੇ ਨਾਲ ਬ੍ਰੇਕ ਲਗਾਉਣ 'ਤੇ ਕਾਰ ਦੀ ਗਤੀ ਨੇ ਕੀ ਕਰਨਾ, ਘੱਟ ਜਾਂਦਾ। ਅਤੇ ਜਿਹੜੀ ਸੀਟ ਦੀ ਵਿਰਾਮ ਅਵਸਥਾ, ਕਿ ਜੇ ਹੁਣ ਆਪਾਂ ਸੀਟ ਦੇ ਉੱਪਰ ਬੈਠੇ ਸੀ ਤਾਂ ਆਪਣੇ ਸਰੀਰ ਦਾ ਜਿਹੜਾ ਹੇਠਾਂ ਵਾਲਾ ਹਿੱਸਾ ਏ ਉਹ ਕੀ ਕਰਦਾ ਏ, ਗੱਡੀ ਦੇ ਨਾਲ ਹੀ ਵਿਰਾਮ ਅਵਸਥਾ ਦੇ ਵਿੱਚ ਆ ਜਾਂਦਾ। ਕਿਉਂਕਿ ਕੀ ਆ, ਬ੍ਰੇਕ ਲੱਗੇ ਤਾਂ ਗੱਡੀ ਰੁਕ ਗਈ। ਪਰ ਜਿਹੜਾ ਆਪਣੇ ਸਰੀਰ ਦਾ ਉੱਪਰ ਵਾਲਾ ਹਿੱਸਾ ਸੀਗਾ ਉਹ ਕੀ ਕਰਦਾ, ਉਵੇਂ ਹੀ ਗਤੀ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ। ਤਾਂ ਹੁਣ ਇਸੇ ਜੜਤਾ ਦੇ ਕਾਰਨ ਹੀ ਜਦੋਂ ਬ੍ਰੇਕ ਲੱਗਦੇ ਆ ਆਪਾਂ ਅੱਗੇ ਵੱਲ ਨੂੰ ਡਿੱਗ ਜਾਂਦੇ ਹਾਂ। ਅਤੇ ਜਾਂ ਆਪਾਂ ਕਹਿ ਦਈਏ ਕਿ ਜੇ ਬੱਸ ਅਚਾਨਕ ਚੱਲਣਾ ਸ਼ੁਰੂ ਕਰ ਦਿੰਦੀ ਹੈ ਤਾਂ ਆਪਾਂ ਪਿੱਛੇ ਵੱਲ ਨੂੰ ਡਿੱਗਦੇ ਹਾਂ। ਇਹ ਵੀ ਇਸ ਕਰਕੇ ਹੀ ਹੁੰਦਾ ਹੈ ਕਿ ਜੇ ਬੱਸ ਅਚਾਨਕ ਗਤੀ ਵਿੱਚ ਆ ਜਾਊਗੀ ਤਾਂ ਬੱਸ ਅਤੇ ਸਾਡਾ ਪੈਰ ਜਿਹੜਾ ਕਿ ਬੱਸ ਦੇ ਫਰਸ਼ ਦੇ ਸੰਪਰਕ ਦੇ ਵਿੱਚ ਹੁੰਦਾ ਹੈ ਤਾਂ ਉਹ ਗਤੀ 'ਚ ਆ ਜਾਂਦੇ। ਪਰ ਜਿਹੜਾ ਸਰੀਰ ਦਾ ਉੱਪਰ ਵਾਲਾ ਹਿੱਸਾ ਹੈ ਉਹ ਕੀ ਕਰਦਾ ਹੈ, ਗਤੀ ਦਾ ਜੜਤਾ ਦਾ ਵਿਰੋਧ ਕਰਦੇ ਆ। ਕਿਉਂਕਿ ਆਪਣੇ ਕੋਲ ਕੀ ਸੀਗਾ ਕਿ ਬੱਸ ਨੇ ਅਚਾਨਕ ਚੱਲਣਾ ਸ਼ੁਰੂ ਕੀਤਾ, ਆਪਾਂ ਤਾਂ ਵਿਰਾਮ ਅਵਸਥਾ ਦੇ ਵਿੱਚ ਹੀ ਬੈਠੇ ਸੀਗੇ। ਪਰ ਜਦੋਂ ਹੁਣ ਬੱਸ ਨੇ ਚੱਲਣਾ ਸ਼ੁਰੂ ਕੀਤਾ ਤਾਂ ਆਪਣੇ ਸਰੀਰ ਦਾ ਉੱਪਰ ਵਾਲਾ ਹਿੱਸਾ ਵੀ ਕੀ ਕਰਦਾ ਹੈ, ਵਿਰਾਮ ਅਵਸਥਾ ਦੇ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰਦਾ। ਉਹ ਨਹੀਂ ਚਾਹੁੰਦਾ ਕਿ ਗਤੀ ਦੇ ਵਿੱਚ ਆਵੇ। ਇਸੇ ਕਰਕੇ ਜਦੋਂ ਬੱਸ ਨੇ ਚੱਲਣਾ ਸ਼ੁਰੂ ਕਰਨਾ ਆਪਾਂ ਪਿੱਛੇ ਵੱਲ ਨੂੰ ਡਿੱਗਦੇ ਹਾਂ। ਤਾਂ ਹੁਣ ਇਹ ਆਪਣੇ ਕੋਲ ਕੀ ਜੜਤਾ ਦਾ ਨਿਯਮ ਆ। ਹੁਣ ਸਰਲ ਰੇਖੀ ਗਤੀ ਦੇ ਵਿੱਚ ਹੀ ਚੱਲਦੇ ਰਹਿਣਾ ਚਾਹੁੰਦੇ ਹਾਂ ਤਾਂ ਜਿਹੜੀ ਵੀ ਅਵਸਥਾ ਦੇ ਵਿੱਚ ਆਪਾਂ ਗੱਲ ਕਰਦੇ, ਜੇ ਹੁਣ ਆਪਾਂ ਗੱਲ ਕਰੀਏ ਕਿ ਜੇ ਮੋਟਰ ਕਾਰ ਆ ਕੋਈ ਤੇਜ਼ ਗਤੀ ਦੇ ਨਾਲ ਕਿਸੇ ਤਿੱਖੇ ਮੋੜ ਤੋਂ ਮੁੜਦੀ ਹੈ ਤਾਂ ਆਪਾਂ ਇੱਕ ਪਾਸੇ ਨੂੰ ਡਿੱਗ ਜਾਂਦੇ ਹਾਂ ਜਾਂ ਧੱਕਾ ਮਹਿਸੂਸ ਕਰਦੇ ਹਾਂ। ਤਾਂ ਹੁਣ ਇਹਦੇ ਵਿੱਚ ਕਿ ਆਪਾਂ ਉਸੇ ਸਰਲ ਰੇਖੀ ਗਤੀ 'ਚ ਚੱਲਦੇ ਰਹਿਣਾ ਚਾਹੁੰਦੇ ਹਾਂ। ਪਰ ਜਦੋਂ ਮੋਟਰ ਕਾਰ ਦੀ ਦਿਸ਼ਾ ਬਦਲੀ ਗਈ ਤਾਂ ਉੱਥੇ ਫਿਰ ਕਿਹੜਾ ਬਲ ਲੱਗ ਜਾਣਾ, ਅਸੰਤੁਲਿਤ ਬਲ। ਤਾਂ ਸਰੀਰ ਦੀ ਜੜਤਾ ਦੇ ਕਾਰਨ ਹੀ ਆਪਣੇ ਕੋਲ ਕੀ ਹੈ, ਸੀਟ ਦਾ ਇੱਕ ਪਾਸੇ ਨੂੰ ਧੱਕਾ ਲੱਗਦਾ। ਹੁਣ ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਇੱਦਾਂ ਹੀ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ ਕਿ ਜੇ ਆਪਾਂ ਤੇਜ਼ ਗਤੀ ਦੇ ਨਾਲ ਕੈਰਮ ਦੀ ਗੀਟੀ ਨਾਲ ਜਾਂ ਸਟਰਾਈਕਰ ਦੇ ਨਾਲ ਟੱਕਰ ਮਾਰਦੇ ਹਾਂ, ਜਿੱਥੇ ਢੇਰੀ ਲਗਾਈ ਹੋਈ ਆ, ਤਾਂ ਉਹਦੇ ਨਾਲ ਵੀ ਕੀ ਹੋਊਗਾ ਕਿ ਥੱਲੇ ਵਾਲੀ ਹੀ ਗੀਟੀ ਹੀ ਢੇਰੀ ਤੋਂ ਬਾਹਰ ਆਉਂਦੀ ਹੈ ਕਿਉਂਕਿ ਸਾਰਾ ਬਲ ਆਪਾਂ ਇਹਦੇ ਉੱਪਰ ਹੀ ਲਗਾਇਆ ਸੀ। ਹੁਣ ਇਹਦਾ ਰੀਜ਼ਨ ਆਪਣੇ ਕੋਲ ਕੀ ਆ ਕਿ ਜੇ ਕਿਸੇ ਆਪਾਂ ਹੋਰ ਗੀਟੀ ਜਾਂ ਸਟਰਾਈਕਰ ਨੂੰ ਢੇਰੀ ਦੀ ਸਭ ਤੋਂ ਥੱਲੇ ਦੀ ਗੀਟੀ ਦੇ ਨਾਲ ਤੇਜ਼ੀ ਨਾਲ ਟਕਰਾਉਂਦੇ ਆ ਤਾਂ ਜਿੰਨਾ ਵੀ ਹੁਣ ਤੇਜ਼ੀ ਦੇ ਨਾਲ ਆਪਾਂ ਟਕਰਾ ਰਹੇ ਸੀ ਤਾਂ ਸਿਰਫ ਉਹ ਸਾਰਾ ਬਲ ਕਿੱਥੇ ਲੱਗਿਆ, ਜਿਹੜੀ ਥੱਲੇ ਵਾਲੀ ਗੀਟੀ ਪਈ ਸੀ। ਤਾਂ ਥੱਲੇ ਵਾਲੀ ਗੀਟੀ ਦੇ ਬਾਹਰ ਆ ਜਾਣ ਤੋਂ ਬਾਅਦ ਹੋਰ ਗੀਟੀਆਂ ਕੀ ਕਰਦੀਆਂ, ਉਸੇ ਅਵਸਥਾ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦੀਆਂ ਵਿਰਾਮ ਅਵਸਥਾ ਦੇ ਵਿੱਚ। ਪਰ ਜਦੋਂ ਬਲ ਲੱਗ ਗਿਆ, ਥੱਲੇ ਵਾਲੀ ਗੀਟੀ ਬਾਹਰ ਆ ਗਈ ਤਾਂ ਉਹ ਵਿਰਾਮ ਅਵਸਥਾ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦੀਆਂ ਸੀ ਪਰ ਰਹਿ ਨਹੀਂ ਸਕਦੀਆਂ ਜੜਤਾ ਦੇ ਕਾਰਨ। ਤਾਂ ਇਸੇ ਕਰਕੇ ਕਿ ਉਹ ਡਿੱਗ ਜਾਂਦੀਆਂ ਨੇ। ਹੁਣ ਉਵੇਂ ਹੀ ਆਪਣੇ ਕੋਲ ਇੱਥੇ ਦਿੱਤਾ ਹੋਇਆ ਕਿ ਜੇ ਆਪਾਂ ਇੱਕ ਗਲਾਸ ਦੇ ਉੱਪਰ ਇੱਕ ਗੱਤਾ ਰੱਖ ਕੇ ਉਹਦੇ ਉੱਪਰ ਇੱਕ ਸਿੱਕਾ ਰੱਖ ਦਿੰਦੇ ਅਤੇ ਉਹਨੂੰ ਆਪਾਂ ਕਿਸ ਤਰ੍ਹਾਂ ਸੱਟ ਮਾਰਦੇ ਹਾਂ, ਗੱਤੇ ਨੂੰ ਹਟਾਉਂਦੇ ਹਾਂ ਤਾਂ ਸਿੱਕਾ ਕੀ ਕਰਦਾ ਏ, ਗਲਾਸ ਦੇ ਅੰਦਰ ਡਿੱਗ ਜਾਂਦਾ। ਕਿਉਂ ਡਿੱਗ ਜਾਂਦਾ? ਕਿਉਂਕਿ ਗੱਤੇ ਦੇ ਉੱਪਰ ਸਿੱਕਾ ਵਿਰਾਮ ਅਵਸਥਾ ਦੇ ਵਿੱਚ ਪਿਆ ਸੀ। ਬਟ ਜਦੋਂ ਆਪਾਂ ਗੱਤੇ ਦੇ ਉੱਪਰ ਸੱਟ ਲਗਾਈ ਹੈ, ਬਲ ਲਗਾਇਆ ਤਾਂ ਗੱਤਾ ਕੀ ਕਰ ਗਿਆ, ਵਿਰਾਮ ਤੋਂ ਗਤੀ ਅਵਸਥਾ ਦੇ ਵਿੱਚ ਆ ਗਿਆ। ਬਟ ਜਿਹੜਾ ਸਿੱਕਾ ਦਿੱਤਾ ਹੋਇਆ ਸੀ ਉਹ ਕੀ ਕਰਦਾ ਸੀ, ਵਿਰਾਮ ਅਵਸਥਾ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ। ਤਾਂ ਇਸੇ ਕਰਕੇ ਵਿਰਾਮ ਅਵਸਥਾ ਵਾਲੀ ਜੜਤਾ ਦੇ ਕਾਰਨ ਹੀ ਉਹ ਸਿੱਕਾ ਕੀ ਕਰੂਗਾ, ਗਲਾਸ ਦੇ ਵਿੱਚ ਡਿੱਗ ਜਾਂਦਾ ਹੈ। ਫਿਰ ਹੁਣ ਨੈਕਸਟ ਆਪਣੇ ਕੋਲ ਹੈ, ਜੇ ਆਪਾਂ ਪਾਣੀ ਨਾਲ ਭਰਿਆ ਗਲਾਸ ਇੱਕ ਟਰੇ ਵਿੱਚ ਰੱਖਦੇ ਹਾਂ ਤਾਂ ਟਰੇ ਨੂੰ ਹੱਥ ਵਿੱਚ ਫੜ ਕੇ ਆਪਾਂ ਜਿੰਨਾ ਤੇਜ਼ ਹੋ ਸਕਦਾ ਘੁਮਾ ਦਿੰਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਗਲਾਸ ਲੁੜਕ ਜਾਂਦਾ ਅਤੇ ਪਾਣੀ ਛਲਕ ਜਾਂਦਾ। ਕਿਉਂ? ਆਪਣੇ ਕੋਲ ਕੀ ਆ ਕਿ ਜੇ ਪਲੇਟ ਦੇ ਵਿੱਚ ਆਪਾਂ ਕੱਪ ਨੂੰ ਰੱਖ ਰਹੇ ਹਾਂ ਤਾਂ ਉੱਥੇ ਇੱਕ ਝਿਰੀ ਬਣੀ ਹੁੰਦੀ ਹੈ। ਤਾਂ ਉਹ ਝਿਰੀ ਕੀ ਕਰਦੀ, ਮਤਲਬ ਜੇ ਆਪਣੇ ਕੋਲ ਇਸ ਤਰ੍ਹਾਂ ਪਲੇਟ ਆ, ਉਹ ਸੈਂਟਰ ਦੇ ਵਿੱਚ ਇੱਕ ਹੋਰ ਛੋਟਾ ਸਰਕਲ ਬਣਿਆ ਹੁੰਦਾ ਜਿੱਥੇ ਕੱਪ ਨੂੰ ਟਿਕਾਉਂਦੇ ਹਾਂ, ਤਾਂ ਉਹ ਕੱਪ ਨੂੰ ਓਰੀਜਨਲ ਜਗ੍ਹਾ ਦੇ ਜਿਹੜੀ ਪੋਜੀਸ਼ਨ ਸੀ ਉੱਥੇ ਹੀ ਬਣਾਏ ਰੱਖਣ ਦੇ ਵਿੱਚ ਉਹਦੀ ਹੈਲਪ ਕਰਦਾ ਕਿ ਜੇ ਉਹਨੂੰ ਕੋਈ ਝਟਕਾ ਲੱਗਦਾ ਏ ਤਾਂ ਉਹਨੂੰ ਸੱਟ ਕੋਈ ਨਾ ਲੱਗ ਸਕੇ। ਨੈਕਸਟ ਆਪਣਾ ਹੈਗਾ ਜੜਤਾ ਅਤੇ ਪੁੰਜ, ਕਿ ਹਰੇਕ ਵਸਤੂ ਆਪਣੇ ਕੋਲ ਕੀ ਆ, ਗਤੀ ਦੀ ਅਵਸਥਾ ਦੇ ਵਿੱਚ ਪਰਿਵਰਤਨ ਦਾ ਵਿਰੋਧ ਕਰਦੀ ਹੈ, ਮਤਲਬ ਉਸੇ ਅਵਸਥਾ ਦੇ ਵਿੱਚ ਰਹਿਣ ਦੀ ਹੀ ਕੋਸ਼ਿਸ਼ ਕਰਦੀ ਆ। ਤਾਂ ਜੇ ਵਿਰਾਮ ਅਵਸਥਾ ਦੇ ਵਿੱਚ ਆ ਤਾਂ ਉਹਨੇ ਵਿਰਾਮ 'ਚ ਹੀ ਰਹਿਣਾ, ਜੇ ਗਤੀ 'ਚ ਆ ਤਾਂ ਗਤੀ ਵਿੱਚ ਹੀ ਰਹੂਗੀ। ਤਾਂ ਵਸਤੂ ਆਪਣੀ ਮੂਲ ਅਵਸਥਾ ਨੂੰ ਬਣਾਏ ਰੱਖਣਾ ਚਾਹੁੰਦੀ, ਚੇਂਜ ਨਹੀਂ ਕਰਦੀ। ਤਾਂ ਇਹੀ ਉਹਦਾ ਗੁਣ ਕੀ ਕਹਾਉਂਦਾ ਹੈ, ਜੜਤਾ, ਕਿ ਜਿਹੜੀ ਅਵਸਥਾ ਹੈਗੀ ਆ ਉੱਥੇ ਹੀ ਰਹਿਣਾ ਉਹਨੇ। ਹੁਣ ਆਪਾਂ ਦੇਖ ਸਕਦੇ ਹਾਂ ਕਿ ਕੀ ਸਾਰੀਆਂ ਵਸਤੂਆਂ ਦੀ ਜੜਤਾ ਸਮਾਨ ਹੁੰਦੀ ਹੈ ਜਾਂ ਨਹੀਂ ਹੁੰਦੀ। ਤਾਂ ਜੇ ਆਪਾਂ ਕੀ ਆ, ਇੱਕ ਕਿਤਾਬਾਂ ਦੇ ਨਾਲ ਭਰੇ ਬਕਸੇ ਨੂੰ ਧੱਕਾ ਦਿੰਦੇ ਹਾਂ
ਤਾਂ ਉੱਥੇ ਆਪਾਂ ਜ਼ਿਆਦਾ ਬਲ ਲਗਾਉਣਾ ਪੈਂਦਾ। ਕਿਹਦੇ ਨਾਲ? ਜੇ ਆਪਾਂ ਕੰਪੇਅਰ ਕਰੀਏ ਖਾਲੀ ਬਕਸੇ ਦੇ ਨਾਲ ਜਿਹਦੇ ਵਿੱਚ ਕਿਤਾਬਾਂ ਨਹੀਂ ਹੈਗੀਆਂ। ਤਾਂ ਇਸੇ ਕਰਕੇ ਜੇ ਹੁਣ ਅਸੀਂ ਫੁੱਟਬਾਲ ਨੂੰ ਕਿੱਕ ਲਗਾਉਂਦੇ ਹਾਂ ਤਾਂ ਦੂਰ ਜਾਂਦੀ ਹੈ, ਪਰ ਜੇ ਅਸੀਂ ਉਨੇ ਹੀ ਆਕਾਰ ਦੇ ਕਿਸੇ ਵੱਡੇ ਪੱਥਰ ਨੂੰ ਸੱਟ ਮਾਰਦੇ ਹਾਂ, ਬਲ ਲਗਾਉਂਦੇ ਹਾਂ, ਤਾਂ ਉਹ ਖਿਸਕਦਾ ਨਹੀਂ ਹੈਗਾ, ਤਾਂ ਉਹਦੇ ਨਾਲ ਕਿ ਆਪਣੇ ਹੀ ਪੈਰ ਨੂੰ ਸੱਟ ਲੱਗਦੀ ਹੈ। ਹੁਣ ਉਵੇਂ ਜੇ ਆਪਾਂ ਕਿਸੇ ਰੇੜੇ ਦੇ ਉੱਪਰ ਬਲ ਲਗਾ ਰਹੇ ਹਾਂ ਤਾਂ ਉਹ ਤੇਜ਼ ਗਤੀ ਨਾਲ ਚਲਾਉਣ ਲਈ ਕਾਫੀ ਹੁੰਦਾ, ਪਰ ਜੋ ਹੀ ਬਲ ਆਪਾਂ ਕਿਸੇ ਰੇਲ ਗੱਡੀ ਦੇ ਉੱਪਰ ਲਗਾਈਏ ਤਾਂ ਉਹ ਗਤੀ ਦੇ ਵਿੱਚ ਨਹੀਂ ਆਉਂਦੀ। ਤਾਂ ਹੁਣ ਇਹਦੇ ਤੋਂ ਆਪਣੇ ਕੋਲ ਕੀ ਆ ਕਿ ਵਸਤੂ ਦੀ ਜੜਤਾ ਕਿਹਦੇ 'ਤੇ ਡਿਪੈਂਡ ਕਰਦੀ ਹੈ ਕਿ ਉਸ ਵਸਤੂ ਦਾ ਪੁੰਜ ਕਿੰਨਾ ਦਿੱਤਾ ਹੋਇਆ ਸੀ। ਤਾਂ ਜੜਤਾ ਜਿੰਨਾ ਪੁੰਜ ਜ਼ਿਆਦਾ ਹੋਊਗਾ ਉਨੀ ਹੀ ਜੜਤਾ ਜ਼ਿਆਦਾ। ਮਤਲਬ ਜੇ ਰੇਲ ਗੱਡੀ ਦਾ ਪੁੰਜ ਜ਼ਿਆਦਾ ਸੀ, ਉਹਦਾ ਭਾਰ ਜ਼ਿਆਦਾ ਸੀ, ਤਾਂ ਉਹਦੇ ਉੱਪਰ ਆਪਾਂ ਬਲ ਦਾ ਕੋਈ ਅਸਰ ਨਹੀਂ ਪਿਆ। ਬਟ ਉਹੀ ਬਲ ਜਦੋਂ ਆਪਾਂ ਇੱਕ ਰੇੜੇ ਜਾਂ ਗੱਡੇ ਦੇ ਉੱਪਰ ਲਗਾਇਆ, ਉਹਦਾ ਪੁੰਜ ਘੱਟ ਸੀ, ਤਾਂ ਉਹਨੇ ਕੀ ਕੀਤਾ, ਆਸਾਨੀ ਦੇ ਨਾਲ ਗਤੀ ਦੇ ਵਿੱਚ ਆ ਗਈ। ਨੈਕਸਟ ਆਪਣਾ ਹੈਗਾ ਗਤੀ ਦਾ ਦੂਜਾ ਨਿਯਮ। ਗਤੀ ਦਾ ਪਹਿਲਾ ਨਿਯਮ ਕੀ ਸੀਗਾ ਕਿ ਜੇ ਕਿਸੇ ਵਸਤੂ ਦੇ ਉੱਪਰ ਆਪਾਂ ਅਸੰਤੁਲਿਤ ਬਲ ਲਗਾਉਂਦੇ ਆ ਤਾਂ ਇਸ ਦਾ ਵੇਗ ਬਦਲਦਾ, ਭਾਵ ਵਸਤੂ ਪ੍ਰਵੇਗਿਤ ਹੋ ਜਾਂਦੀ ਹੈ। ਹੁਣ ਇਸ ਦਾ ਨੈਕਸਟ ਆਪਣੇ ਕੋਲ ਹੈਗਾ ਕਿ ਜੇ ਟੇਬਲ ਟੈਨਿਸ ਦੇ ਖੇਡ ਦੇ ਦੌਰਾਨ ਇੱਕ ਖਿਡਾਰੀ ਦੂਜੇ ਖਿਡਾਰੀ ਦੇ ਸਰੀਰ ਨਾਲ ਟਕਰਾਉਂਦਾ ਤਾਂ ਜ਼ਖਮੀ, ਕਿ ਜੇ ਹੁਣ ਆਪਣੇ ਕੋਲ ਕੀ ਆ ਖੇਡਦੇ ਕਿ ਇੱਕ ਗੇਂਦ ਆ ਖਿਡਾਰੀ ਦੇ ਸਰੀਰ ਨਾਲ ਟਕਰਾਊਗੀ ਤਾਂ ਉਹਨੂੰ ਸੱਟ ਨਹੀਂ ਲੱਗੂ, ਪਰ ਜੇ ਇੱਕ ਖਿਡਾਰੀ ਦੂਜੇ ਖਿਡਾਰੀ ਦੇ ਨਾਲ ਟਕਰਾ ਰਿਹਾ ਤਾਂ ਉਹਨਾਂ ਨੂੰ ਵੀ ਸੱਟ ਲੱਗੂਗੀ। ਜਾਂ ਤੇਜ਼ ਗਤੀ ਦੇ ਨਾਲ ਕੋਈ ਕ੍ਰਿਕਟ ਦੀ ਗੇਂਦ ਆ ਰਹੀ ਸੀ, ਕਿਸੇ ਦਰਸ਼ਕ ਨੂੰ ਲੱਗਦੀ ਹੈ ਤਾਂ ਵੀ ਉਹਨੂੰ ਸੱਟ ਪਹੁੰਚਾਉਂਦੀ ਹੈ। ਅਤੇ ਜੇ ਆਪਾਂ ਗੱਲ ਕਰੀਏ ਕਿ ਇੱਕ ਗੱਡੀ ਇੱਕ ਰਸਤੇ ਦੇ ਉੱਪਰ ਖੜੀ ਆ ਅਤੇ ਉਹਦੇ ਵਿੱਚ ਜੇ ਕੋਈ ਇਨਸਾਨ ਵੱਜ ਰਿਹਾ ਤਾਂ ਉਹਨੂੰ ਸੱਟ ਨਹੀਂ ਲੱਗਦੀ, ਪਰ ਜੇ ਉਹੀ ਗੱਡੀ ਚੱਲਦੀ ਹੋਈ ਆ ਕੇ ਕਿਸੇ ਇਨਸਾਨ ਦੇ ਵਿੱਚ ਵੱਜੇ ਤਾਂ ਉਹਦਾ ਕੀ ਆ, ਮੌਤ ਦਾ ਕਾਰਨ ਬਣ ਸਕਦੀ ਹੈ। ਤਾਂ ਹੁਣ ਇਹਨਾਂ ਦੇ ਵਿੱਚ ਆਪਣੇ ਕੋਲ ਕੀ ਆ ਕਿ ਜੇ ਕਿਸੇ ਵਸਤੂ ਨੂੰ ਆਪਾਂ ਪ੍ਰਵੇਗਿਤ ਕਰਦੇ ਹਾਂ ਜਾਂ ਜ਼ਿਆਦਾ ਵੇਗ ਪ੍ਰਾਪਤ ਕਰਨਾ ਤਾਂ ਜ਼ਿਆਦਾ ਬਲ ਦੀ ਲੋੜ ਹੁੰਦੀ ਹੈ। ਤਾਂ ਇਸ ਤਰ੍ਹਾਂ ਲੱਗਦਾ ਕਿ ਜੇ ਕੋਈ ਮਹੱਤਵਪੂਰਨ ਰਾਸ਼ੀ ਵਸਤੂ ਦੇ ਪੁੰਜ ਅਤੇ ਵੇਗ ਦੇ ਨਾਲ ਸੰਬੰਧ ਬਣਾ ਕੇ ਹੁੰਦੀ ਹੈ ਤਾਂ ਉਸ ਪੁੰਜ ਅਤੇ ਵੇਗ ਦੇ ਸੰਬੰਧ ਨੂੰ ਆਪਾਂ ਕੀ ਨਾਮ ਦਿੰਦੇ ਹਾਂ, ਸੰਵੇਗ। ਸੰਵੇਗ ਨੂੰ ਆਪਾਂ ਇੰਗਲਿਸ਼ ਕਹਿੰਦੇ ਹਾਂ ਮੋਮੈਂਟਮ, ਅਤੇ ਇਹਨੂੰ ਆਪਾਂ ਡਿਨੋਟ ਕਰਦੇ ਹਾਂ, ਸ਼ੋਅ ਕਿਵੇਂ ਕਰਦੇ ਹਾਂ, ਪੀ ਦੇ ਨਾਲ। ਤਾਂ ਸੰਵੇਗ ਕਿਹਦੇ ਇਕੁਅਲ ਹੁੰਦਾ ਹੈ, ਪੁੰਜ ਇੰਟੂ ਵੇਗ। ਪੁੰਜ ਨੂੰ ਵੇਗ ਦੇ ਨਾਲ ਗੁਣਾ ਕਰਦੇ ਹਾਂ। ਸੰਵੇਗ ਕਿਹਦੇ ਇਕੁਅਲ ਹੋ ਗਿਆ, ਪੀ। ਪੁੰਜ ਨੂੰ ਆਪਾਂ ਲਿਖਦੇ ਹਾਂ ਐਮ ਦੇ ਨਾਲ, ਵੇਗ ਨੂੰ ਆਪਾਂ ਲਿਖਦੇ ਹਾਂ ਵੀ ਦੇ ਨਾਲ। ਤਾਂ ਸੰਵੇਗ ਦੇ ਪਰਿਮਾਣ ਅਤੇ ਦਿਸ਼ਾ ਦੋਨੋਂ ਹੁੰਦੇ ਆ ਕਿ ਸੰਵੇਗ ਨੂੰ ਲਿਖਣ ਦੇ ਲਈ ਆਪਾਂ ਨੂੰ ਦਿਸ਼ਾ ਵੀ ਚਾਹੀਦੀ ਹੈ ਅਤੇ ਉਹਦੀ ਪਰਿਮਾਣ ਦੀ ਵੈਲਿਊ ਵੀ ਚਾਹੀਦੀ ਆ। ਤਾਂ ਹੁਣ ਇਸੇ ਕਰਕੇ ਸੰਵੇਗ ਦੀ ਦਿਸ਼ਾ ਕਿਹੜੀ ਹੋਊਗੀ, ਜਿਹੜੀ ਵੇਗ ਵੀ ਦੀ ਹੋਊਗੀ, ਕਿ ਕਿਹੜੀ ਦਿਸ਼ਾ ਦੇ ਵਿੱਚ ਵੇਗ ਲੱਗ ਰਿਹਾ ਸੀ ਉਸੇ ਦਿਸ਼ਾ ਦੇ ਵਿੱਚ ਹੀ ਸੰਵੇਗ ਨਹੀਂ ਲੱਗਣਾ। ਤਾਂ ਸੰਵੇਗ ਦਾ ਮਾਤਰਕ ਆਪਣੇ ਕੋਲ ਕੀ ਹੈ, ਕਿਲੋਗ੍ਰਾਮ ਮੀਟਰ ਪਰ ਸੈਕਿੰਡ। ਹੁਣ ਕਿਉਂਕਿ ਕਿਸੇ ਅਸੰਤੁਲਿਤ ਬਲ ਦੇ ਪ੍ਰਯੋਗ ਨਾਲ ਉਸਦੇ ਵੇਗ ਦੇ ਵਿੱਚ ਪਰਿਵਰਤਨ ਹੁੰਦਾ, ਇਸ ਲਈ ਆਪਣੇ ਕੋਲ ਕੀ ਹੈ, ਬਲ ਸੰਵੇਗ ਨੂੰ ਵੀ ਪਰਿਵਰਤਿਤ ਕਰਦਾ। ਹੁਣ ਇਹ ਤੋਂ ਆਪਣੇ ਕੋਲ ਕੀ ਰਿਜ਼ਲਟ ਨਿਕਲਦਾ, ਕੀ ਸਿੱਟਾ ਨਿਕਲਦਾ ਹੈ ਕਿ ਜੇ ਵਸਤੂ ਦੇ ਸੰਵੇਗ ਦੇ ਵਿੱਚ ਆਪਾਂ ਪਰਿਵਰਤਨ ਲੈ ਕੇ ਆਉਣਾ ਤਾਂ ਜਿਹੜਾ ਉਹਦੇ ਉੱਪਰ ਆਪਾਂ ਬਲ ਲਗਾ ਰਹੇ ਹਾਂ ਤਾਂ ਉਹ ਉਸ ਸਮੇਂ ਦਰ 'ਤੇ ਨਿਰਭਰ ਕਰਦਾ ਕਿ ਕਿੰਨੇ ਟਾਈਮ ਦੇ ਲਈ ਆਪਾਂ ਲਗਾਇਆ ਹੋਇਆ ਸੀ, ਜਿਸ ਵਿੱਚ ਸੰਵੇਗ ਦੇ ਵਿੱਚ ਪਰਿਵਰਤਨ ਹੁੰਦਾ। ਹੁਣ ਇਸੇ ਕਰਕੇ ਆਪਾਂ ਦੂਜੇ ਨਿਯਮ ਨੂੰ ਕਿਵੇਂ ਡਿਫਾਈਨ ਕਰ ਸਕਦੇ ਹਾਂ ਕਿ ਵਸਤੂ ਦੇ ਸੰਵੇਗ ਦੇ ਵਿੱਚ ਪਰਿਵਰਤਨ ਦੀ ਦਰ ਉਸ ਉੱਤੇ ਲਗਾਏ ਬਾਹਰੀ ਅਸੰਤੁਲਿਤ ਬਲ ਦੀ ਦਿਸ਼ਾ ਦੇ ਸਮਾਨ ਅਨੁਪਾਤੀ ਹੁੰਦਾ, ਕਿ ਜਿੰਨਾ ਆਪਾਂ ਬਾਹਰੀ ਬਲ ਲਗਾਇਆ ਓਨੀ ਹੀ ਸੰਵੇਗ ਦੇ ਵਿੱਚ ਤਬਦੀਲੀ ਆਊਗੀ। ਹੁਣ ਆਪਾਂ ਇਹਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ ਕਿ ਐਫ ਕਿਹਦੇ ਪ੍ਰਪੋਰਸ਼ਨਲ ਹੁੰਦਾ, ਡੀ ਪੀ ਅਪੋਨ ਡੀ ਟੀ। ਮਤਲਬ ਐਫ ਇਜ਼ ਇਕੁਅਲ ਟੂ ਡੀ ਪੀ ਅਪੋਨ ਡੀ ਟੀ। ਤੁਸੀਂ ਹਲੇ ਇਸ ਲੈਵਲ ਤੱਕ ਨਹੀਂ ਲਿਖਣਾ, +1 ਦੇ ਵਿੱਚ ਆ ਜਾਂਦਾ, ਤਾਂ ਸਿੰਪਲੀ ਸਮਝਾਉਣ ਦੇ ਲਈ ਤੁਹਾਨੂੰ ਇਹ ਚੀਜ਼ ਲਿਖੀ ਗਈ ਇੱਥੇ। ਨੈਕਸਟ ਆਪਣੇ ਕੋਲ ਗਤੀ ਦੇ ਦੂਜੇ ਨਿਯਮ ਦਾ ਗਣਿਤ ਅਨੁਸਾਰ ਸੂਤਰੀਕਰਨ। ਤਾਂ ਹੁਣ ਆਪਾਂ ਸਪੋਜ਼ ਕਰਦੇ ਹਾਂ, ਮੰਨ ਕੇ ਚੱਲਦੇ ਹਾਂ ਕਿ ਕੋਈ ਵਸਤੂ ਦਾ ਪੁੰਜ ਕਿੰਨਾ ਹੈ ਐਮ ਅਤੇ ਉਹਦਾ ਮੁੱਢਲਾ ਵੇਗ ਕਿੰਨਾ ਹੈ ਯੂ। ਤਾਂ ਉਹ ਕਿਵੇਂ ਚੱਲ ਰਿਹਾ, ਇੱਕ ਸਰਲ ਰੇਖੀ ਪੱਥ 'ਤੇ ਇੱਕ ਸਿੱਧੀ ਲਾਈਨ 'ਚ ਚੱਲ ਰਿਹਾ। ਤਾਂ ਟੀ ਸਮੇਂ ਤੱਕ ਕਿ ਉਹਦੇ ਉੱਪਰ ਜਿਹੜਾ ਆਪਾਂ ਬਲ ਐਫ ਲਗਾਇਆ ਤਾਂ ਟੀ ਸਮੇਂ ਤੋਂ ਬਾਅਦ ਉਹਦਾ ਵੇਗ ਕਿੰਨਾ ਹੋ ਗਿਆ, 20। ਜਦੋਂ ਆਪਾਂ ਬਲ ਐਫ ਲਗਾਇਆ ਤਾਂ ਉਹਦਾ ਮੁੱਢਲਾ ਵੇਗ ਆਪਣੇ ਮੁੱਢਲਾ ਸੀਗਾ ਸੰਵੇਗ P1 ਅਤੇ ਅੰਤਿਮ ਜਾਂ ਲਿਖ ਸਕਦੇ ਹਾਂ P2। ਬਟ ਆਪਣੇ ਕੋਲ ਹੁਣ P ਦੀ ਵੈਲਿਊ ਕਿਹਦੇ ਇਕੁਅਲ ਸੀਗੀ, MV। ਤਾਂ P1 ਕਿਹਦੇ ਇਕੁਅਲ ਹੋ ਜਾਊਗਾ ਹੁਣ, MU, ਕਿਉਂਕਿ U ਉਹਦਾ ਕੀ ਸੀ, ਮੁੱਢਲਾ ਵੇਗ, V ਕੀ ਸੀ ਉਹਦਾ ਅੰਤਿਮ ਵੇਗ। ਤਾਂ P1 ਕਿਹਦੇ ਇਕੁਅਲ ਹੈ, MU, P2 ਕਿਹਦੇ ਇਕੁਅਲ ਹੈ, MV। ਹੁਣ ਕਿਸੇ ਵੀ ਚੀਜ਼ ਦੇ ਵਿੱਚ ਜੇ ਆਪਾਂ ਪਰਿਵਰਤਨ ਦੇਖਦੇ ਹਾਂ ਤਾਂ ਆਪਾਂ ਕਿਵੇਂ ਲਿਖਦੇ ਹੁੰਦੇ ਕਿ ਵੱਡੀ ਚੀਜ਼ 'ਚੋਂ ਛੋਟੀ ਚੀਜ਼ ਘਟਾਉਂਦੇ ਹਾਂ, ਜਾਂ ਅੰਤਿਮ ਮਾਈਨਸ ਮੁੱਢਲਾ। ਹੁਣ ਸੰਵੇਗ ਦੇ ਵਿੱਚ ਪਰਿਵਰਤਨ ਫਾਈਂਡ ਕਰਨਾ ਤਾਂ ਉਹ ਕਿਹਦੇ ਉੱਪਰ ਡਿਪੈਂਡ ਕਰਦਾ, P2 ਮਾਈਨਸ P1। ਤਾਂ ਸੰਵੇਗ ਦੇ ਵਿੱਚ ਪਰਿਵਰਤਨ ਹੁਣ ਕੀ ਅਨੁਪਾਤੀ ਦਾ ਸਾਈਨ ਆ, ਸਿੱਧਾ ਅਨੁਪਾਤੀ। ਸਿੱਧਾ ਅਨੁਪਾਤੀ ਮਤਲਬ ਜੇ P2 ਮਾਈਨਸ P1 'ਚ ਜਿੰਨਾ ਚੇਂਜ ਆਊਗਾ ਵੱਧ ਜਾਂ ਘੱਟ ਓਨਾ ਹੀ ਸੰਵੇਗ ਦੇ ਵਿੱਚ ਵੀ ਚੇਂਜ ਆਊਗਾ। ਹੁਣ ਵੈਲਿਊਜ਼ ਪੁੱਟ ਕਰੋ, P2 ਕਿਹਦੇ ਇਕੁਅਲ ਸੀਗਾ, MV, P1 ਕਿਹਦੇ ਇਕੁਅਲ ਸੀ, MU। ਦੋਨਾਂ ਦੇ ਵਿੱਚ M ਕਾਮਨ ਆ ਰਿਹਾ ਤਾਂ ਇਕੁਏਸ਼ਨ ਕੀ ਬਣ ਗਈ, MV ਮਾਈਨਸ U। ਹੁਣ ਆਪਾਂ ਕੀ ਡਿਫਾਈਨ ਕੀਤਾ ਸੀਗਾ ਕਿ ਸੰਵੇਗ ਦੇ ਵਿੱਚ ਜਿਹੜੀ ਪਰਿਵਰਤਨ ਦੀ ਦਰ ਆ ਉਹਦੇ ਉੱਪਰ ਲੱਗਣ ਵਾਲੇ ਬਾਹਰੀ ਬਲ ਉਸ ਸਮੇਂ ਦਰ 'ਤੇ ਨਿਰਭਰ ਕਰਦਾ।
ਤਾਂ ਉਹ ਕੀ ਬਣ ਗਿਆ ਸੀ ਐਮ ਵੀ ਮਾਈਨਸ ਯੂ ਅਪੋਨ ਟੀ, ਕਿੰਨੇ ਟਾਈਮ ਦੇ ਲਈ ਆਪਾਂ ਉਹਦੇ ਉੱਪਰ ਬਲ ਲਗਾਇਆ। ਤਾਂ ਹੁਣ ਬਲ ਜਿਹੜਾ ਲਗਾ ਰਹੇ ਸੀ ਤਾਂ ਉਹ ਕਿਹਦੇ ਉੱਪਰ ਸੀਗਾ ਕਿ ਸੰਵੇਗ ਦੇ ਵਿੱਚ ਪਰਿਵਰਤਨ ਦੀ ਦਰ 'ਤੇ ਡਿਪੈਂਡ ਕਰਦਾ। ਤਾਂ ਲਗਾਇਆ ਗਿਆ ਬਲ ਐਫ ਅਨੁਪਾਤੀ ਕਿਹਦੇ ਹੋ ਗਿਆ ਐਮ ਵੀ ਮਾਈਨਸ ਯੂ ਅਪੋਨ ਟੀ, ਕਿਉਂਕਿ ਆਹ ਸਾਰੀ ਚੀਜ਼ ਕਿਹਦੇ ਇਕੁਅਲ ਸੀ ਸੰਵੇਗ ਦੇ। ਅਤੇ ਬਲ ਨੇ ਹੀ ਕੀ ਕੀਤਾ ਸੀਗਾ ਕਿ ਵਸਤੂ ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਉਹ ਕਿੰਨੀ ਹੋ ਗਈ ਐਮ ਵੀ ਮਾਈਨਸ ਯੂ ਅਪੋਨ ਟੀ। ਉਸ ਵਿੱਚ ਲਗਾਏ ਗਏ ਬਾਹਰੀ ਅਸੰਤੁਲਿਤ ਬਲ ਦੀ ਦਿਸ਼ਾ ਦੀ, ਤਾਂ ਉਹ ਕਿੰਨਾ ਸੀਗਾ ਅਸੰਤੁਲਿਤ ਬਲ ਐਫ ਦਿਸ਼ਾ ਦੇ ਸਮਾਨ ਅਨੁਪਾਤੀ। ਤਾਂ ਆਹ ਆਪਣੇ ਕੋਲ ਅਨੁਪਾਤੀ ਦਾ ਸਾਈਨ। ਹੁਣ ਜਦੋਂ ਵੀ ਆਪਾਂ ਅਨੁਪਾਤੀ ਦਾ ਸਾਈਨ ਹਟਾ ਕੇ ਬਰਾਬਰ ਦਾ ਸਾਈਨ ਪਾਉਣਾ ਤਾਂ ਉਹਦੇ ਨਾਲ ਇੱਕ ਆਪਾਂ ਨੂੰ ਕੌਨਸਟੈਂਟ ਲਿਖਣਾ ਪੈਂਦਾ ਹੈ। ਤਾਂ ਉਹ ਆਪਣੇ ਕੋਲ ਕੀ ਹੈ ਇੱਥੇ ਕੇ ਐਮ ਵੀ ਮਾਈਨਸ ਯੂ ਅਪੋਨ ਟੀ, ਬਟ ਆਪਣੇ ਕੋਲ ਕੀ ਆ ਐਮ ਮਾਸ ਪੁੰਜ ਦਿੱਤਾ ਹੋਇਆ ਸੀ, ਵੀ ਮਾਈਨਸ ਯੂ ਅਪੋਨ ਟੀ ਕੀ ਆ ਵੇਗ ਵਿੱਚ ਪਰਿਵਰਤਨ ਦੀ ਦਰ, ਤਾਂ ਉਹਨੂੰ ਆਪਾਂ ਲਿਖ ਦਿੰਦੇ ਏ ਪ੍ਰਵੇਗ ਦੇ ਨਾਲ ਐਕਸਲਰੇਸ਼ਨ ਦੇ ਨਾਲ। ਅਤੇ ਕੇ ਆਪਣੇ ਕੋਲ ਕਿ ਇੱਕ ਅਨੁਪਾਤ ਦਾ ਸਥਿਰ ਅੰਕ ਹੈ ਕਿ ਇਹਦੀ ਵੈਲਿਊ ਫਿਕਸ ਰਹਿੰਦੀ ਹੈ, ਚੇਂਜ ਨਹੀਂ ਹੁੰਦੀ। ਅਤੇ ਪੁੰਜ ਦਾ ਅਤੇ ਪ੍ਰਵੇਗ ਦਾ ਐਸਾ ਹੀ ਮਾਤਰਿਕ ਕੀ ਆ ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੁਏਅਰ। ਤਾਂ ਹੁਣ ਇਸੇ ਕਰਕੇ ਜੇ ਆਪਾਂ ਸਥਿਰ ਅੰਕ ਕੇ ਦੀ ਵੈਲਿਊ 1 ਭਰ ਦਈਏ ਤਾਂ ਹੁਣ ਆਪਾਂ ਕੀ ਲਿਖ ਸਕਦੇ ਹਾਂ ਫਿਰ ਐਫ ਇਜ਼ ਇਕੁਅਲ ਟੂ ਐਮ ਏ, ਕਦੋਂ ਜਦੋਂ ਕੇ ਦਾ ਮਾਨ 1 ਹੋ ਜਾਂਦਾ ਹੈ। ਤਾਂ ਹੁਣ ਬਲ ਦਾ ਮਾਤਰਕ ਆਪਣੇ ਕੋਲ ਕਿੰਨਾ ਹੋ ਗਿਆ ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੁਏਅਰ। ਤਾਂ ਗਤੀ ਦਾ ਦੂਜਾ ਨਿਯਮ ਆਪਾਂ ਨੂੰ ਕੀ ਦੱਸਦਾ ਕਿ ਵਸਤੂ 'ਤੇ ਲੱਗ ਰਹੇ ਬਲ ਨੂੰ ਮਾਪਣ ਦੀ ਵਿਧੀ ਦੱਸਦਾ ਕਿ ਕਿੰਨਾ ਬਲ ਲੱਗਿਆ ਸੀਗਾ। ਅਤੇ ਬਲ ਨੂੰ ਉਸ ਵਸਤੂ ਵਿੱਚ ਉਤਪੰਨ ਕਿ ਜਿੰਨਾ ਉਹਦੇ ਅੰਦਰ ਪ੍ਰਵੇਗ ਪੈਦਾ ਹੋਇਆ ਸੀ ਅਤੇ ਵਸਤੂ ਦੇ ਪੁੰਜ ਦੇ ਗੁਣਨਫਲ ਤੋਂ ਪ੍ਰਾਪਤ ਕੀਤਾ ਜਾ ਸਕਦਾ, ਕਿਉਂਕਿ ਮਾਸ ਹੋ ਗਿਆ ਇਹਦਾ ਪੁੰਜ ਏ ਆਪਣੇ ਕੋਲ ਕੀ ਹੈ ਪ੍ਰਵੇਗ। ਜੇ ਦੋਨਾਂ ਨੂੰ ਆਪਾਂ ਗੁਣਾ ਕਰਦੇ ਹਾਂ ਗੁਣਨਫਲ ਫਾਈਂਡ ਕਰਦੇ ਹਾਂ ਤਾਂ ਆਪਣੇ ਕੋਲ ਕੀ ਆ ਜਾਊਗਾ ਉੱਥੋਂ ਉਹਦੇ ਉੱਪਰ ਲੱਗਣ ਵਾਲਾ ਬਲ ਜਿਹੜਾ ਲੱਗ ਰਿਹਾ ਸੀ। ਇਹ ਟੌਪਿਕ ਆਪਣਾ ਇੰਪੋਰਟੈਂਟ ਆ। ਹੁਣ ਇਸੇ ਤਰ੍ਹਾਂ ਨੈਕਸਟ ਆਪਣੇ ਕੋਲ ਹੈਗਾ ਕਿ ਗਤੀ ਦੇ ਦੂਜੇ ਨਿਯਮ ਦੇ ਗਣਿਤੀ ਸੂਤਰ ਦੇ ਉਪਯੋਗ ਨਾਲ ਗਤੀ ਦੇ ਪਹਿਲੇ ਨਿਯਮ ਨੂੰ ਗਣਿਤੀ ਸੂਤਰ 'ਚ ਪ੍ਰਾਪਤ ਕਰਨਾ। ਹੁਣ ਦੂਜਾ ਨਿਯਮ ਆਪਣੇ ਕੋਲ ਇੱਥੇ ਕੀ ਸੀ ਐਫ ਇਜ਼ ਇਕੁਅਲ ਟੂ ਐਮ ਏ। ਤਾਂ ਐਕਸਲਰੇਸ਼ਨ ਦੀ ਵੈਲਿਊ ਆਪਣੇ ਕੋਲ ਸੀਗੀ ਪ੍ਰਵੇਗ ਦੀ ਵੀ ਮਾਈਨਸ ਯੂ ਅਪੋਨ ਟੀ, ਤਾਂ ਆਪਾਂ ਉਹੀ ਵੈਲਿਊ ਇੱਥੇ ਹੁਣ ਪੁੱਟ ਕਰਨੀ ਹੈ। ਐਮ ਏ ਸੀਗਾ ਕਿਉਂਕਿ ਆਪਾਂ ਲਿਖਿਆ ਸੀਗਾ ਐਫ ਇਜ਼ ਇਕੁਅਲ ਟੂ ਐਮ ਏ। ਐਮ ਏ ਦੀ ਵੈਲਿਊ ਹੋ ਗਈ ਵੀ ਮਾਈਨਸ ਯੂ ਅਪੋਨ ਟੀ, ਐਮ ਨੂੰ ਵੀ ਨਾਲ ਗੁਣਾ ਕੀਤੀ, ਐਮ ਨੂੰ ਫਿਰ ਯੂ ਨਾਲ ਗੁਣਾ ਕੀਤੀ, ਤਾਂ ਸਾਰਾ ਡਿਨੋਮੀਨੇਟਰ 'ਚ ਕਿੰਨਾ ਆ ਗਿਆ ਟੀ। ਬਟ ਹੁਣ ਆਪਾਂ ਕਹਿ ਰਹੇ ਹਾਂ ਕਿ ਜੇ ਐਫ ਦੀ ਵੈਲਿਊ 0 ਆ ਤਾਂ ਕਿਸੇ ਵੀ ਸਮੇਂ ਟੀ 'ਤੇ ਹੁਣ ਆਹ ਸਾਰੀ ਇਕੁਏਸ਼ਨ ਨੂੰ ਆਪਾਂ ਐਫ ਨੂੰ 0 ਦੇ ਇਕੁਅਲ ਰੱਖਿਆ, ਤਾਂ ਐਮ ਵੀ ਮਾਈਨਸ ਐਮ ਯੂ ਅਪੋਨ ਟੀ, 0 ਨੂੰ ਟੀ ਨਾਲ ਗੁਣਾ ਕੀਤੀ ਤਾਂ 0 ਕਿਹਦੇ ਇਕੁਅਲ ਹੋ ਗਿਆ ਐਮ ਵੀ ਮਾਈਨਸ ਐਮ ਯੂ। ਤਾਂ 0 ਇਜ਼ ਇਕੁਅਲ ਟੂ ਐਮ ਵੀ ਮਾਈਨਸ ਯੂ, ਐਮ ਕਾਮਨ ਸੀ ਤਾਂ ਐਮ ਨੂੰ ਆਪਾਂ ਇੱਧਰ ਲਗਾਵਾਂਗੇ ਤਾਂ ਉਹ ਕੀ ਹੋ ਜਾਊਗਾ ਡਿਵੀਜ਼ਨ ਦੇ ਵਿੱਚ 0 ਬਟਾ ਐਮ, ਕੁਛ ਵੀ 0 ਦੇ ਵਟੇ 'ਚ ਜੇ ਆਪਾਂ ਐਮ ਲਿਖਦੇ ਹਾਂ ਉਹ ਕਿਹਦੇ ਇਕੁਅਲ ਹੋ ਗਿਆ 0। ਤਾਂ ਇਕੁਏਸ਼ਨ ਕਿਹਦੇ ਇਕੁਅਲ ਹੋ ਗਈ ਵੀ ਮਾਈਨਸ ਯੂ, ਤਾਂ ਵੀ ਕਿਹਦੇ ਇਕੁਅਲ ਆ ਜਾਊਗਾ ਯੂ ਦੇ। ਤਾਂ ਜੇ ਆਪਾਂ ਸਿਫਰ ਬਾਰ ਲਗਾਉਂਦੇ ਹਾਂ ਤਾਂ ਵਸਤੂ ਸਮਾਨ ਵੇਗ ਯੂ ਦੇ ਨਾਲ ਸਾਰੇ ਸਮੇਂ ਟੀ ਦੇ ਵਿੱਚ ਚੱਲਦੀ ਰਹੂਗੀ। ਜੇ ਯੂ 0 ਹੋ ਜੂਗੀ ਤਾਂ ਵੀ 0 ਤਾਂ ਅੰਤਿਮ ਵੇਗ ਵੀ 0 ਹੋ ਜਾਊਗਾ। ਮਤਲਬ ਜੇ ਵਸਤੂ ਸ਼ੁਰੂ 'ਚ ਵਿਰਾਮ ਅਵਸਥਾ ਸੀਗੀ ਤਾਂ ਲਾਸਟ ਦੇ ਵਿੱਚ ਵੀ ਉਹਨੇ ਉਸੇ ਅਵਸਥਾ ਦੇ ਵਿੱਚ ਰਹਿਣਾ। ਅਤੇ ਇਹੀ ਆਪਣੇ ਕੋਲ ਪਹਿਲਾ ਨਿਯਮ ਸੀ ਕਿ ਜੇ ਆਪਾਂ ਜਿੰਨਾ ਟਾਈਮ ਬਾਹਰੋਂ ਕੋਈ ਵੀ ਬਲ ਨਹੀਂ ਲਗਾਉਂਦੇ ਤਾਂ ਵਸਤੂ ਉਸੇ ਅਵਸਥਾ ਦੇ ਵਿੱਚ ਹੀ ਰਹੇਗੀ। ਹੁਣ ਉਸ ਤੋਂ ਨੈਕਸਟ ਆਪਣੇ ਕੋਲ ਗਤੀ ਦਾ ਤੀਜਾ ਨਿਯਮ। ਤਾਂ ਹੁਣ ਪਹਿਲੇ ਦੋ ਨਿਯਮਾਂ ਤੋਂ ਆਪਾਂ ਨੂੰ ਕੀ ਪਤਾ ਚੱਲਿਆ ਸੀਗਾ ਕਿ ਜਿਹੜਾ ਲਗਾਇਆ ਗਿਆ ਬਲ ਆ ਗਤੀ ਦੀ ਅਵਸਥਾ ਦੇ ਵਿੱਚ ਪਰਿਵਰਤਨ ਲੈ ਕੇ ਆਉਂਦਾ, ਅਤੇ ਇਸ ਦੇ ਨਾਲ ਹੀ ਸਾਨੂੰ ਬਲ ਲਗਾਉਣ ਦਾ ਤਰੀਕਾ ਵੀ ਪਤਾ ਚੱਲਦਾ। ਬਟ ਤੀਜੇ ਨਿਯਮ ਦੇ ਅਨੁਸਾਰ ਆਪਣੇ ਕੋਲ ਕੀ ਸੀ ਕਿ ਜੇ ਇੱਕ ਵਸਤੂ ਦੂਜੀ ਵਸਤੂ 'ਤੇ ਬਲ ਲਗਾਉਂਦੀ ਆ ਤਾਂ ਦੂਜੀ ਵਸਤੂ ਨੇ ਵੀ ਪਹਿਲੀ ਵਸਤੂ 'ਤੇ ਹੀ ਬਲ ਲਗਾਉਣਾ, ਅਤੇ ਇਹ ਦੋਨੋਂ ਬਲ ਮਾਤਰਾ ਕੀ ਹੋਊਗੀ ਹਮੇਸ਼ਾ ਹੀ ਬਰਾਬਰ ਹੋਊਗੀ। ਬਟ ਦਿਸ਼ਾ ਕਿਵੇਂ ਹੋਊਗੀ ਇਹਨਾਂ ਤੋਂ ਉਲਟ, ਕੇ ਜੇ ਇੱਕ ਸੱਜੇ ਪਾਸੇ ਲੱਗ ਰਿਹਾ ਬਲ ਤਾਂ ਦੂਜੀ ਵਸਤੂ ਨੇ ਬਲ ਜਿਹੜਾ ਲਗਾਉਣਾ ਹੈ ਉਹ ਉਹਦੇ ਤੋਂ ਉਲਟ ਦਿਸ਼ਾ 'ਚ ਹੋਊ। ਤਾਂ ਇਹ ਦੋਨੋਂ ਬਲ ਕੀ ਹਮੇਸ਼ਾ ਹੀ ਵੱਖ-ਵੱਖ ਵਸਤੂਆਂ 'ਤੇ ਲੱਗਦੇ ਆ ਅਤੇ ਕਦੇ ਵੀ ਉਸੇ ਵਸਤੂ ਦੇ ਉੱਪਰ ਨਹੀਂ ਲੱਗਦੇ। ਕਿ ਜੇ ਫੁੱਟਬਾਲ ਦੀ ਖੇਡ ਦੇ ਵਿੱਚ ਹੁਣ ਆਪਾਂ ਦੇਖ ਸਕਦੇ ਹਾਂ ਕਿ ਜੇ ਫੁੱਟਬਾਲ ਨੂੰ ਤੇਜ਼ੀ ਨਾਲ ਕਿੱਕ ਮਾਰਨੀ ਤਾਂ ਇੱਕ ਖਿਡਾਰੀ ਜਦੋਂ ਭੱਜ ਰਿਹਾ ਹੈ ਤਾਂ ਦੂਜੇ ਖਿਡਾਰੀ ਦੇ ਨਾਲ ਉਹ ਵੱਜਦਾ ਤਾਂ ਦੋਨੋਂ ਹੀ ਖਿਡਾਰੀ ਨੂੰ ਸੱਟ ਲੱਗਦੀ ਹੈ। ਤਾਂ ਦੋਨੋਂ ਇੱਕ ਦੂਜੇ ਦੇ ਉੱਪਰ ਬਲ ਲਗਾਉਂਦੇ ਆ, ਮਤਲਬ ਹਮੇਸ਼ਾ ਹੀ ਜੋੜਿਆਂ ਦੇ ਵਿੱਚ ਇਹ ਬਲ ਲੱਗਦਾ ਹੈ, ਇਕੱਲੇ ਬਲ ਦਾ ਕੋਈ ਵੀ ਵਜੂਦ ਨਹੀਂ ਹੁੰਦਾ। ਤਾਂ ਇਹ ਦੋਨੋਂ ਵਿਰੋਧੀ ਬਲਾਂ ਨੂੰ ਆਪਾਂ ਕੀ ਨਾਮ ਦਿੰਦੇ ਹਾਂ ਕਿਰਿਆ ਅਤੇ ਪ੍ਰਤੀਕਿਰਿਆ। ਹੁਣ ਇਹਨੂੰ ਇਸ ਐਗਜ਼ਾਮਪਲ ਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਦੋ ਆਪਣੇ ਕੋਲ ਕੀ ਨੇ ਤੁਲਾਵਾਂ ਦਿੱਤੀਆਂ ਹੋਈਆਂ ਨੇ, ਤਾਂ ਇੱਕ ਏ ਆ ਅਤੇ ਇੱਕ ਬੀ ਆ। ਜੇ ਹੁਣ ਆਪਾਂ ਏ ਨੂੰ ਆਪਾਂ ਖਿੱਚ ਰਹੇ ਹਾਂ ਤਾਂ ਏ ਨੇ ਜਦੋਂ ਖਿੱਚਿਆ ਤਾਂ ਉਸ ਤੋਂ ਬਾਅਦ ਉਹਨੇ ਬੀ ਦੇ ਵਿੱਚ ਵੀ ਜਾ ਕੇ ਵੱਜਣਾ ਹੈ। ਜਿੰਨਾ ਏ ਦੇ ਉੱਪਰ ਮਾਨ ਆਊਗਾ ਓਨਾ ਹੀ ਬੀ ਦੇ ਉੱਪਰ ਵੀ ਮਾਨ ਆਊ, ਮਤਲਬ ਵੈਲਿਊਜ਼ ਸੇਮ ਆਉਣਗੀਆਂ ਇਹਨਾਂ ਦੇ ਉੱਪਰ। ਤਾਂ ਏ ਨੇ ਜਦੋਂ ਬੀ ਦੇ ਉੱਪਰ ਬਲ ਲਗਾਉਣਾ ਤਾਂ ਉਹ ਕੀ ਆ ਕਿਰਿਆ,
ਬਟ ਉਸ ਤੋਂ ਬਾਅਦ ਕੀ ਆ, ਬੀ ਨੇ ਏ ਦੇ ਉੱਪਰ ਵੀ ਬਲ ਲਗਾਉਣਾ, ਉਹ ਆਪਣੇ ਕੋਲੇ ਕੀ ਲੱਗੂਗੀ, ਪ੍ਰਤੀਕਿਰਿਆ ਲੱਗੂਗੀ। ਜਦੋਂ ਤੁਲਾ ਏ ਦੇ ਮੁਕਤ ਸਿਰੇ ਤੇ ਬਲ ਲਗਾਉਂਦੇ ਆ ਤਾਂ ਦੋਨੇ ਤੁਲਾਵਾਂ ਇੱਕੋ ਜਿਹਾ ਮਾਨ ਦਿਖਾਉਂਦੀਆਂ, ਭਾਵ ਕਿ ਤੁਲਾ ਏ ਦੇ ਦੁਆਰਾ ਤੁਲਾ ਬੀ ਤੇ ਬਲ ਲਗਾਇਆ। ਇਹੀ ਚੀਜ਼ ਮੈਂ ਤੁਹਾਨੂੰ ਹੁਣੇ ਕਹਿ ਕੇ ਹਟੀ ਸੀਗੀ ਕਿ ਜਦੋਂ ਆਪਾਂ ਏ ਨੂੰ ਖਿੱਚਾਂਗੇ ਤਾਂ ਉਸ ਤੋਂ ਬਾਅਦ ਏ ਨੇ ਕੀ ਕਰਨਾ, ਬੀ ਦੇ ਵਿੱਚ ਜਾ ਕੇ ਜਦੋਂ ਵੱਜ ਰਿਹਾ ਤਾਂ ਸੇਮ ਬਲ ਆ ਗਿਆ। ਤਾਂ ਹੁਣ ਨੈਕਸਟ ਆਪਣੇ ਕੋਲ ਕਿ ਤੁਲਾ ਬੀ ਦੁਆਰਾ ਤੁਲਾ ਏ ਤੇ ਲਗਾਏ ਗਏ ਬਲ ਦੀ ਮਾਤਰਾ ਸਮਾਨ ਆ, ਉਨੇ ਹੀ ਅਮਾਊਂਟ ਦੇ ਵਿੱਚ ਬੀ ਨੇ ਏ ਦੇ ਉੱਪਰ ਵੀ ਬਲ ਲਗਾਉਣਾ, ਬਟ ਇਹਨਾਂ ਦੋਨਾਂ ਬਲਾਂ ਦੀ ਦਿਸ਼ਾ ਕੀ ਹੋਊਗੀ, ਹਮੇਸ਼ਾ ਹੀ ਉਲਟ। ਦੇਖ ਸਕਦੇ ਹੋ ਕਿ ਏ ਨੇ ਜਦੋਂ ਬੀ ਤੇ ਲਗਾਇਆ ਤਾਂ ਉਹ ਕਿਵੇਂ ਲੱਗਿਆ, ਖੱਬੇ ਪਾਸੇ ਨੂੰ, ਬੀ ਨੇ ਏ ਤੇ ਲਗਾਇਆ ਤਾਂ ਸੱਜੇ ਪਾਸੇ ਨੂੰ ਲੱਗਿਆ। ਤਾਂ ਇਸੇ ਕਰਕੇ ਜਿਹੜਾ ਏ ਨੇ ਬੀ ਤੇ ਬਲ ਲਗਾਇਆ ਉਹ ਕੀ ਆ, ਕਿਰਿਆ, ਬੀ ਨੇ ਏ ਤੇ ਬਲ ਲਗਾਇਆ ਤਾਂ ਪ੍ਰਤੀਕਿਰਿਆ। ਤਾਂ ਤੀਜਾ ਨਿਯਮ ਆਪਣੇ ਕੋਲ ਕੀ ਆ ਕਿ ਹਰੇਕ ਕਿਰਿਆ ਦੇ ਬਰਾਬਰ ਪਰੰਤੂ ਉਸ ਦੀ ਉਲਟ ਦਿਸ਼ਾ ਦੇ ਵਿੱਚ ਪ੍ਰਤੀਕਿਰਿਆ ਹੁੰਦੀ ਆ। ਤਾਂ ਕਿਰਿਆ ਤੇ ਪ੍ਰਤੀਕਿਰਿਆ ਹਮੇਸ਼ਾ ਹੀ ਦੋ ਵੱਖ-ਵੱਖ ਵਸਤੂਆਂ 'ਤੇ ਕੰਮ ਕਰਦੀਆਂ। ਹੁਣ ਉਸ ਤੋਂ ਬਾਅਦ ਆਪਣਾ ਨੈਕਸਟ ਹੈਗਾ ਸੰਵੇਗ ਦਾ ਸੁਰੱਖਿਅਨ। ਹੁਣ ਇਹਦੇ ਲਈ ਆਪਾਂ ਮੰਨਦੇ ਹਾਂ ਕਿ ਆਪਣੇ ਕੋਲ ਦੋ ਗੇਂਦਾਂ ਨੇ ਏ ਤੇ ਬੀ, ਜਿਨ੍ਹਾਂ ਦਾ ਪੁੰਜ ਐਮ ਏ ਤੇ ਐਮ ਬੀ ਦਿੱਤਾ ਹੋਇਆ, ਤੇ ਦੋਨੋਂ ਇੱਕੋ ਹੀ ਸਰਲ ਰੇਖਾ ਦੇ ਵਿੱਚ ਅਲੱਗ-ਅਲੱਗ ਵੇਗ ਯੂ ਏ ਤੇ ਯੂ ਬੀ ਦੇ ਨਾਲ ਗਤੀ ਕਰਦੀ। ਮਤਲਬ ਪਹਿਲੀ ਗੇਂਦ ਸੀਗੀ ਤਾਂ ਮਾਸ ਐਮ ਏ ਆ, ਦੂਜੀ ਦਾ ਐਮ ਬੀ। ਤਾਂ ਪਹਿਲੀ ਗੇਂਦ ਯੂ ਏ ਦੇ ਨਾਲ ਜਿਹੜਾ ਉਹਦਾ ਆਪਣੇ ਕੋਲ ਵੇਗ ਦਿੱਤਾ ਹੋਇਆ ਸੀ ਜਦੋਂ ਉਹਨੇ ਚੱਲਣਾ ਸ਼ੁਰੂ ਕੀਤਾ, ਤੇ ਐਮ ਬੀ ਦਾ ਜਿਹੜੀ ਬੀ ਗੇਂਦ ਸੀ ਉਹਦਾ ਕਿੰਨਾ ਵੇਗ ਆ, ਯੂ ਬੀ। ਜਦੋਂ ਆਪਸ 'ਚ ਟਕਰਾ ਗਈਆਂ ਤਾਂ ਟਕਰਾਉਣ ਤੋਂ ਬਾਅਦ ਜਿਹੜਾ ਆਪਣੇ ਕੋਲ ਏ ਗੇਂਦ ਸੀ ਉਹਨੇ ਵੀ ਏ ਵੇਗ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ, ਤੇ ਬੀ ਗੇਂਦ ਨੇ ਵੀ ਬੀ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ। ਮਤਲਬ ਉਹਨਾਂ ਦੀ ਵੇਗ ਦੇ ਵਿੱਚ ਤਬਦੀਲੀ ਆ ਗਈ। ਤਾਂ ਪਹਿਲਾਂ ਦੇ ਬਾਅਦ ਵਿੱਚ ਉਹਨਾਂ ਦਾ ਮੋਮੈਂਟਮ ਸੰਵੇਗ ਆਪਾਂ ਲਿਖ ਕੇ ਆਏ ਸੀਗੇ P = mv। ਹੁਣ ਆਪਾਂ ਕੀ ਟਕਰਾਉਣ ਤੋਂ ਪਹਿਲਾਂ ਗੱਲ ਕਰ ਰਹੇ ਹਾਂ, ਤਾਂ ਟਕਰਾਉਣ ਤੋਂ ਪਹਿਲਾਂ ਉਹਦਾ ਪੁੰਜ ਕਿੰਨਾ ਸੀ, ma, ਵੇਗ ਕਿੰਨਾ ਸੀ, ua। ਇਹ ਬੀ ਗੇਂਦ ਲਈ ਪੁੰਜ mv, ਵੇਗ ਕਿੰਨਾ ਸੀ, vv। ਤੇ ਟਕਰਾਉਣ ਤੋਂ ਬਾਅਦ ਸੰਵੇਗ ਦੇ ਵਿੱਚ ਪਰਿਵਰਤਨ ਦੀ ਦਰ, ਮਤਲਬ ਕਿਰਿਆ ਕਿੰਨੀ ਹੋਈ। ਤਾਂ ਪਰਿਵਰਤਨ ਇਹਨੂੰ ਆਪਾਂ ਕਿਵੇਂ ਲਿਖ ਕੇ ਆਏ ਸੀਗੇ, ਜਿੰਨਾ P2 - P1/T, ਇਸ ਤਰ੍ਹਾਂ ਆਪਾਂ ਲਿਖਿਆ ਸੀਗਾ ਪਿਛਲੇ ਦੇ ਵਿੱਚ। ਤਾਂ ਹੁਣ ਇਹਦੇ ਵਿੱਚ ਆਪਾਂ ਦੇਖਣਾ P2 - P1 ਮਤਲਬ mv। ਤਾਂ ਹੁਣ ਆਪਾਂ ਕੀ ਆ, ਕਿਰਿਆ ਦੀ ਗੱਲ ਕਰ ਰਹੇ ਹਾਂ ਕਿ A ਨੇ B ਦੇ ਉੱਪਰ ਕਿੰਨਾ ਬਲ ਲਗਾਇਆ, ਤਾਂ ਹੋ ਜਾਊਗਾ ma va - ua/T। ਬਟ ਫਿਰ ਕੀ ਆਪਾਂ ਗੱਲ ਕੀਤੀ ਕਿ ਟਕਰਾਉਣ ਸਮੇਂ ਗੇਂਦ B ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ, ਤਾਂ B ਨੇ A ਦੇ ਉੱਪਰ ਕਿੰਨਾ ਲਗਾਇਆ, ਪ੍ਰਤੀਕਿਰਿਆ ਜਿਹੜੀ ਕਰ ਰਿਹਾ, ਤਾਂ ਉਹ ਕਿੰਨੀ ਹੋ ਜੂਗੀ ਫਿਰ mv vb - uv/T। ਤਾਂ ਹੁਣ ਆਪਣੇ ਕੋਲ ਤੀਜੇ ਨਿਯਮ ਦੇ ਅਨੁਸਾਰ ਕੀ ਸੀ ਕਿ ਗੇਂਦ A ਦੁਆਰਾ ਗੇਂਦ B ਤੇ ਲਗਾਇਆ ਗਿਆ ਬਲ AB, ਤੇ ਗੇਂਦ B ਦੁਆਰਾ ਗੇਂਦ A ਤੇ ਲਗਾਇਆ ਗਿਆ ਬਲ BA, ਕਿ B ਨੇ A ਦੇ ਉੱਪਰ ਕਿੰਨਾ ਬਲ ਲਗਾਇਆ ਸੀਗਾ, mv vb - uv/T, ਤੇ A ਨੇ B ਤੇ ਲਗਾਇਆ ਸੀ ma va - ua/T। ਤਾਂ ਦੋਨੋਂ ਇੱਕ ਦੂਜੇ ਦੇ ਬਰਾਬਰ ਅਤੇ ਉਲਟ ਹੋਣਗੇ, ਇਸ ਲਈ ਦੋਨਾਂ ਦੀ ਵੈਲਿਊ ਇਕੁਅਲ ਤੇ ਆਪੋਜ਼ਿਟ ਹੋ ਗਈ। FAB ਕਿਹਦੇ ਇਕੁਅਲ ਹੋ ਗਿਆ, -FVA। ਤਾਂ ਦੋਨਾਂ ਨੂੰ ਹੁਣ ਇਕੁਅਲ ਰੱਖੋ, T ਨਾਲ T ਆਪਣੇ ਕੋਲ ਕੱਟ ਹੋ ਗਿਆ, ਤਾਂ ਇਕੁਏਸ਼ਨ ਕੀ ਬਣ ਗਈ, MA VA - MA UA। ਇਹ ਕਿਹਦੇ ਇਕੁਅਲ ਹੋ ਗਿਆ, MV VB + MV UB। ਹੁਣ ਜਿਨ੍ਹਾਂ ਦੇ ਵਿੱਚ VA ਤੇ VB ਉਹ ਇਕੱਠੇ ਕਰ ਲਓ, MA VA। ਹੁਣ ਇਹਨੂੰ ਆਪਾਂ ਇੱਧਰ ਲੈ ਕੇ ਆਵਾਂਗੇ ਤਾਂ ਪਲੱਸ MV VB। ਹੁਣ ਇੱਧਰ MV UB ਸੀ, ਇਹਨੇ ਉੱਧਰ ਜਾਣਾ ਤਾਂ ਪਲੱਸ MA, ਤਾਂ ਕਿੰਨਾ ਬਣ ਜਾਊਗਾ ਆਪਣੇ ਕੋਲੇ UA। ਤਾਂ ਮਤਲਬ ਆਪਣੇ ਕੋਲੇ ਕੀ ਆ, ਟਕਰਾਉਣ ਤੋਂ ਪਹਿਲਾਂ ਦੋਨੋਂ ਗੇਂਦਾਂ A ਅਤੇ B ਦਾ ਕੁੱਲ ਸੰਵੇਗ P1 ਤੇ P2, ਤੇ ਟਕਰਾਉਣ ਤੋਂ ਬਾਅਦ ਕੀ ਆ, ਸੇਮ ਰਹਿੰਦਾ, ਕੋਈ ਚੇਂਜ ਨਹੀਂ ਆਉਂਦਾ। ਤਾਂ ਦੋਨਾਂ ਗੇਂਦਾਂ ਦਾ ਕੁੱਲ ਸੰਵੇਗ ਬਦਲਦਾ ਨਹੀਂ ਹੈ ਤੇ ਕੁੱਲ ਸੰਵੇਗ ਸੁਰੱਖਿਅਤ ਰਹਿੰਦਾ ਹੈ। ਤੇ ਇਸ ਕਰਕੇ ਦੋਨਾਂ ਗੇਂਦਾਂ ਟਕਰਾਉਣ ਤੋਂ ਬਾਅਦ ਜਾਂ ਦੋਨਾਂ ਵਸਤੂਆਂ ਦੇ ਟਕਰਾਉਣ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਟਕਰਾਉਣ ਤੋਂ ਪਹਿਲਾਂ ਕੁੱਲ ਸੰਵੇਗ ਦਾ ਜੋੜ ਅਤੇ ਦੋ ਵਸਤੂਆਂ ਦੇ ਟਕਰਾਉਣ ਤੋਂ ਬਾਅਦ ਕੁੱਲ ਸੰਵੇਗ ਦਾ ਜੋੜ ਬਰਾਬਰ ਰਹਿੰਦਾ, ਤੇ ਉਹਨਾਂ ਦੇ ਜੇਕਰ ਕੋਈ ਅਸੰਤੁਲਿਤ ਬਲ ਕਾਰਜ ਨਹੀਂ ਕਰਦਾ ਤਾਂ ਇਸ ਨੂੰ ਸੰਵੇਗ ਦਾ ਸੁਰੱਖਿਆ ਦਾ ਨਿਯਮ ਆਪਾਂ ਕਹਿੰਦੇ ਹਾਂ। ਤੇ ਇਸ ਤਰ੍ਹਾਂ ਵੀ ਆਪਾਂ ਕਹਿ ਸਕਦੇ ਹਾਂ ਕਿ ਦੋ ਵਸਤੂਆਂ ਦਾ ਕੁੱਲ ਸੰਵੇਗ ਟਕਰਾਉਣ ਦੀ ਪ੍ਰਕਿਰਿਆ ਵਿੱਚ ਬਦਲਦਾ ਨਹੀਂ ਹੈ, ਮਤਲਬ ਸੁਰੱਖਿਅਤ ਰਹਿੰਦਾ, ਕੋਈ ਚੇਂਜ ਨਹੀਂ ਆਉਂਦਾ। ਤਾਂ ਇਸੇ ਤਰ੍ਹਾਂ ਆਪਾਂ ਲਈ ਐਗਜ਼ਾਮਪਲ ਲਈ ਸੀਗੀ ਦੋ ਗੇਂਦਾਂ ਦੀ ਕਿ ਟਕਰਾਉਣ ਤੋਂ ਪਹਿਲਾਂ ਉਹਨਾਂ ਦਾ ਮਾਸ ਪੁੰਜ ਤੇ ਵੇਗ ਕਿੰਨਾ ਸੀ ਤੇ ਟਕਰਾਉਣ ਤੋਂ ਬਾਅਦ ਕਿੰਨਾ ਚੇਂਜ ਆਇਆ। ਹੁਣ ਆਪਣੇ ਕੋਲ ਇਹ ਸੀਗਾ ਕਿ ਪਹਿਲੀ ਗੇਂਦ ਨੇ ਦੂਜੀ ਦੇ ਉੱਪਰ ਜਿੰਨਾ ਬਲ ਲਗਾਇਆ ਓਨਾ ਹੀ ਦੂਜੀ ਗੇਂਦ ਨੇ
ਪਹਿਲੇ ਦੇ ਉੱਪਰ ਬਾਲ ਲਗਾਉਣਾ, ਬਟ ਉਹ ਦੋਨੋਂ ਕਿਵੇਂ ਐਕਟ ਕਰਨਗੇ, ਆਪੋਜ਼ਿਟ ਡਾਇਰੈਕਸ਼ਨ 'ਚ, ਉਲਟ ਦਿਸ਼ਾ ਦੇ ਵਿੱਚ ਐਕਟ ਕਰਨਗੇ। ਤਾਂ ਇਸੇ ਕਰਕੇ ਆਪਾਂ ਇਹ ਵੈਲਿਊਜ਼ ਫਾਈਂਡ ਕੀਤੀਆਂ ਸੀ। ਅੱਜ ਇਹ ਆਪਣਾ ਚੈਪਟਰ ਇੱਥੇ ਖਤਮ ਹੁੰਦਾ ਹੈ। ਜੇ ਕੋਈ ਇਹਦੇ ਵਿੱਚ ਕੋਈ ਫਿਰ ਵੀ ਤੁਹਾਨੂੰ ਡਾਊਟ ਹੋਇਆ ਤਾਂ ਉਹ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ, ਅਤੇ ਚੰਗੀ ਤਰ੍ਹਾਂ ਤੁਸੀਂ ਇਹ ਸਾਰਾ ਟੌਪਿਕ ਸਮਝਣਾ ਹੈ। ਥੈਂਕ ਯੂ।